ਅਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਮੰਦੋ ਬਾਰ ਬਾਰ ਜਗਦੀਸਾ। ਇਕੱਠੇ ਹੋਏ ਨਹਿ ਕਰੀ ਲੜਾਈ, ਦੂਰ ਦੂਰ ਸਗਰੀ ਪਸਰਾਈ। ਇੱਕ ਥਲ ਸਿੰਘ ਮਿਲਹਿ ਤਬ ਲੜੈ, ਉਪਰ ਆਨ ਹੇਲ ਕੋ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਬਚਨ ਇਹ ਸਰਵਨ ਕਰ ਰਹੇ ਸੀ ਆਪਾਂ ਕਿ ਭੀਮ ਚੰਦ ਰਾਜਾ 3 ਲੱਖ ਦੀ ਵੱਡੀ ਫੌਜ ਲੈ ਕੇ ਆਨੰਦਪੁਰ ਸਾਹਿਬ ਦੇ ਉੱਪਰ ਹਮਲਾ ਕਰਦਾ ਹੈ। ਪਹਿਲੇ ਹਮਲੇ ਦਾ ਗੁਰੂ ਕਿਹਾ ਸਿੱਖਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਹੁਣ ਆਪਣੀ ਫੌਜ ਨੂੰ ਹੁਕਮ ਕੀਤਾ, ਦੂਰ ਦੂਰ ਘੇਰਾ ਪਾ ਕੇ ਬੈਠ ਜਾਓ। ਘੇਰਾ ਪਾ ਕੇ ਬੈਠਦਾ ਤੇ ਹੈ। ਰਾਤ ਨੂੰ ਹਨੇਰੇ ਦਾ ਫਾਇਦਾ ਉਠਾ ਕੇ ਗੁਰੂ ਕੇ ਸਿੱਖੇ ਦੀ ਫੌਜ ਦੇ ਉੱਪਰ ਹਮਲਾ ਕਰ ਦਿੰਦਾ। ਬੜਾ ਦੁਖੀ ਹੈ। 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਮੈਂ ਕੁਝ ਨਹੀਂ ਕਰ ਸਕਿਆ, ਘੇਰਾ ਪਾ ਕੇ ਬੈਠਾ। ਇੱਕ ਦਿਨ ਸਾਰੇ ਰਾਜੇ ਰੋਟੀ ਖਾਣ ਵਾਸਤੇ ਇਕੱਠੇ ਹੋਏ ਤੇ ਕਹਿਲੂਰੀਏ ਰਾਜੇ ਨੇ ਉਸ ਵੇਲੇ ਮਿਹਣਾ ਮਾਰਿਆ, ਕਹਿਣ ਲੱਗਾ ਆਪਾਂ ਇੱਥੇ ਮਿਲ ਕੇ ਰੋਟੀਆਂ ਖਾਣ ਵਾਸਤੇ, ਭੋਜਨ ਛਕਣ ਵਾਸਤੇ ਨਹੀਂ ਆਏ। ਆਪਾਂ ਆਏ ਹਾਂ ਗੁਰੂ ਗੋਬਿੰਦ ਸਿੰਘ ਨੂੰ ਜਿੱਤਣ ਵਾਸਤੇ। ਜਾਂ ਜਿੱਤੀਏ ਤਾਂ ਜਾਂ ਮੁੜ ਚੱਲੀਏ। ਇਹਨਾਂ ਵਿੱਚ ਕੇਸਰੀ ਚੰਦ ਨਾਮ ਦਾ ਰਾਜਾ ਹੈ। ਇਹਨੇ ਬਚਨ ਸੁਣਿਆ, ਕਹਿਣ ਲੱਗਾ ਮੇਰੇ ਕੋਲ ਇੱਕ ਬੜਾ ਵੱਡਾ ਮਸਤ ਹਾਥੀ ਹੈ, ਮੈਂ ਉਹਨੂੰ ਆਪਣੇ ਨਾਲ ਲੈ ਕੇ ਆਪਣੀ ਫੌਜ ਲੈ ਕੇ ਲੋਹਗੜ੍ਹ ਦੇ ਕਿਲੇ 'ਤੇ ਹਮਲਾ ਕਰਾਂਗਾ। ਜੇ ਮੈਂ ਨਾ ਹਮਲਾ ਕਰਾਂ ਤਾਂ ਮੈਨੂੰ 10 ਪਾਪ ਲੱਗਣਗੇ। 10 ਪਾਪਾਂ ਦੀ ਗਿਣਤੀ ਦੱਸੀ ਹੈ। ਕਹਿਣ ਲੱਗਾ ਜੇ ਮੈਂ ਕੱਲ੍ਹ ਨੂੰ ਹਮਲਾ ਨਾ ਕੀਤਾ ਤੇ ਮੈਂ ਆਪਣੇ ਪਿਓ ਦਾ ਪੁੱਤਰ ਨਹੀਂ ਹਾਂ। ਪਹਿਲਾ ਮੇਰਾ ਪ੍ਰਾਣ ਇਹ ਹੈ
ਦੂਜੀ ਮੇਰੀ ਗੱਲ ਇਹ ਹੈ ਵੀ ਮੈਂ ਰਾਜਿਆਂ ਨੂੰ ਕਦੇ ਮੂੰਹ ਨਹੀਂ ਵਿਖਾਵਾਂਗਾ, ਜੰਗਲ ਵਿੱਚ ਚਲਾ ਜਾਵਾਂਗਾ ਜੇ ਮੈਂ ਕੱਲ ਨੂੰ ਹਮਲਾ ਨਾ ਕਰਾਂ। ਤੀਜਾ ਬਚਨ ਇਹ ਹੈ, ਜਿਵੇਂ ਮੂਰਤੀ ਦਾ ਅਪਮਾਨ ਕਰਨ ਤੇ ਪਾਪ ਲੱਗਦਾ, ਉਹ ਪਾਪ ਮੈਨੂੰ ਲੱਗੇ। ਚੌਥਾ ਇਹ ਹੈ, ਕਹਿਣ ਲੱਗੇ ਗਾਂ ਨੂੰ ਲੱਤ ਮਾਰਨੀ, ਉਹ ਪਾਪ ਲੱਗਣਾ, ਉਹ ਵੀ ਪਾਪ ਮੈਨੂੰ ਲੱਗੇ। ਵਿਦਿਆ ਪੜ੍ਹਨ ਵਾਲੇ ਨੂੰ ਵਿਦਿਆ ਤੋਂ ਹਟਾ ਦੇਣਾ, ਇਹ ਜਿਹੜਾ ਪਾਪ ਹੈ ਉਹ ਵੀ ਮੈਨੂੰ ਲੱਗ ਜਾਵੇ। ਕਿਸੇ ਸਤੀ ਹੋਈ ਨੂੰ ਰੋਕ ਦੇਣਾ, ਉਹ ਪਾਪ ਲੱਗਦਾ ਹੈ, ਉਹ ਵੀ ਪਾਪ ਮੈਨੂੰ ਹੀ ਲੱਗ ਜਾਵੇ। ਦੇਵਤਿਆਂ ਦੀ ਨਿੰਦਿਆ ਕਰਨੀ, ਇਹ ਵੀ ਇੱਕ ਪਾਪ ਹੈ, ਇਹ ਵੀ ਪਾਪ ਮੈਨੂੰ ਲੱਗੇ। ਲੜਕੀ ਦੀ ਹੱਤਿਆ ਕਰ ਦੇਣੀ ਕੰਨਿਆ ਦੀ, ਵੱਡਾ ਪਾਪ ਹੈ, ਇਹ ਪਾਪ ਵੀ ਮੈਨੂੰ ਲੱਗ ਜਾਵੇ। ਸੰਤਾਂ ਦੇ ਨਾਲ ਧਰੋ ਕਮਾਉਣਾ, ਇਹ ਵੀ ਵੱਡਾ ਪਾਪ ਹੈ। ਇਹ ਗੁਰਮੁਖੋ 10 ਪਾਪ ਇਸ ਨੇ ਗਿਣੇ, ਇਹ 10 ਦੇ 10 ਪਾਪ ਮੈਨੂੰ ਲੱਗਣ, ਜੇ ਕਰਕੇ ਕੱਲ ਨੂੰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਲ੍ਹੇ ਦੇ ਉੱਪਰ, ਲੋਹਗੜ੍ਹ ਦੇ ਉੱਪਰ ਹਮਲਾ ਨਾ ਕਰਾਂ। ਤੇ ਇਹ ਕੇਸਰੀ ਚੰਦ ਰਾਜਾ ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਸੰਬੋਧਨ ਕਰ ਰਿਹਾ ਹੈ। ਕਿਵੇਂ ਹਮਲਾ ਕਰਨ ਦੀ ਤਿਆਰੀ ਕਰਦਾ ਹੈ। ਲੋਹਗੜ੍ਹ ਕਿਲ੍ਹੇ ਦਾ ਇਤਿਹਾਸ ਗੁਰਮੁਖੋ ਬੜਾ ਨਿਵੇਕਲਾ, ਬੜਾ ਵੱਡਾ ਹੈ, ਉਹ ਆਪਾਂ ਅੱਜ ਸਰਵਨ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕੱਠੇ ਹੋਏ ਨਾ ਕਰੀ ਲੜਾਈ। ਇਹ ਕੇਸਰੀ ਚੰਦ ਰਾਜਾ ਕਹਿ ਰਿਹਾ, ਕਹਿੰਦਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਤੇ ਕੀਤਾ ਹੈ, ਪਰ ਆਪਾਂ ਸਾਰਿਆਂ ਨੇ ਇਕੱਠੇ ਮਿਲ ਕੇ ਨਹੀਂ ਕੀਤਾ। ਕਿਸੇ ਨੇ ਸੱਜੇ ਪਾਸਿਓਂ, ਕਿਸੇ ਨੇ ਖੱਬੇ ਪਾਸਿਓਂ, ਇਕੱਠਿਆਂ ਨੇ ਹਮਲਾ ਨਹੀਂ ਕੀਤਾ। ਪਰ ਇਸ ਵਾਰੀ ਆਪਾਂ ਸਾਰੇ ਮਿਲ ਕੇ ਇਕੱਠੇ ਹਮਲਾ ਕਰਾਂਗੇ, ਇੱਕੇ ਵਾਰੀ ਮਿਲ ਕੇ ਹਮਲਾ ਕਰੀਏ। ਦੂਰ ਦੂਰ ਸਗਰੀ ਪਸਰਾਈ, ਆਪਣੀ ਫੌਜ ਦੂਰ ਦੂਰ ਤੱਕ ਖਿਲਰੀ ਹੋਈ ਹੈ, ਫੈਲੀ ਹੋਈ ਹੈ, ਇਸ ਕਰਕੇ ਆਪਣਾ ਜ਼ੋਰ ਨਹੀਂ ਚੱਲਿਆ ਹੈ। ਦੂਰ ਦੂਰ ਖਿਲਰੀ ਹੋਈ ਫੌਜ ਨੂੰ ਇਕੱਠਾ ਕਰਨਾ ਕਰੀਏ। ਇੱਕ ਥਲ ਸਿੰਘ ਮਿਲੇ ਤਬ ਲੜੈ, ਜਿੱਥੇ ਗੁਰੂ ਕੇ ਸਿੱਖ ਲੋਹਗੜ੍ਹ ਦੇ ਕਿਲੇ ਵਿੱਚ ਬੈਠੇ ਹੋਏ ਨੇ, ਸਾਰੇ ਜਾਣੇ ਮਿਲ ਕੇ ਉੱਥੇ ਲੜਨਾ ਕਰੀਏ। ਉੱਪਰ ਆਨ ਹੇਲ ਕੋ ਕਰੈ, ਗੁਰੂ ਕਿਆ ਸਿੱਖਾਂ ਦੇ ਉੱਪਰ ਐਸਾ ਹਮਲਾ ਕਰੀਏ ਵੀ ਉਹਨਾਂ ਨੂੰ ਲੋਹਗੜ੍ਹ ਦਾ ਕਿਲਾ ਛੱਡ ਕੇ ਭੱਜਣਾ ਫਤਿਹ ਪਵੇ। ਲੇਤ ਪੁਨ ਪੁਰ ਭਰ ਜਾਵੇਂ। ਆਪਾਂ ਪਹਿਲਾਂ ਲੋਹਗੜ੍ਹ ਦਾ ਕਿਲਾ ਜਿੱਤੀਏ, ਜਦੋਂ ਕਿਲਾ ਜਿੱਤ ਲਿਆ ਫਿਰ ਆਪਾਂ ਅਨੰਦਪੁਰ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਕਰਾਂਗੇ। ਲਾਏ ਘਾਤ ਚੋਰਨ ਜਿਮ ਧਾਵੇਂ, ਅਤੇ ਫਿਰ ਆਪਾਂ ਘਾਤ ਲਾ ਕੇ, ਜਿਵੇਂ ਚੋਰ ਘਾਤ ਲਾਉਂਦਾ ਨਾ, ਪਹਿਲਾਂ ਤਕਾਉਂਦਾ ਵੀ ਕਿੱਧਰ ਦੀ ਅੰਦਰ ਜਾਣਾ ਹੈ, ਫਿਰ ਮੈਂ ਕੀ ਕਰਨਾ ਹੈ। ਚੋਰਾਂ ਦੇ ਵਾਂਗ ਪਹਿਲਾਂ ਚੰਗੀ ਤਰ੍ਹਾਂ ਘਾਤ ਲਾ ਕੇ ਤੇ ਫਿਰ ਇਹ ਕੰਮ ਕਰਨਾ ਕਰੀਏ। ਹੇਮ ਚੰਦ ਕੋ ਹਿਰਦੈ ਆਨੰਦ। ਜਦੋਂ ਗੁਰਮੁਖੋ ਕੇਸਰੀ ਚੰਦ ਰਾਜੇ ਨੇ ਇਹ ਗੱਲ ਕਹੀ ਹੈ ਨਾ ਕਿ ਲੋਹਗੜ੍ਹ ਦਾ ਕਿਲਾ ਜਿੱਤੀਏ ਔਰ ਮੈਂ ਅੱਗੇ ਚੱਲਾਂਗਾ, ਇਹ ਗੱਲ ਸੁਣ ਕੇ ਭੀਮ ਚੰਦ ਰਾਜਾ ਮਨ ਵਿੱਚ ਬੜਾ ਖੁਸ਼ ਹੋਇਆ, ਉਹਦੇ ਮਨ ਵਿੱਚ ਆਨੰਦ ਆਨੰਦ ਹੈ। ਸਾਧ ਸਾਧ ਤੂੰ ਵੀਰ ਬੁਲੰਦ, ਕਹਿਣ ਲੱਗਾ ਸ਼ਾਬਾਸ਼ ਸ਼ਾਬਾਸ਼, ਤੂੰ ਬੜਾ ਵੱਡਾ ਸੂਰਮਾ ਹੈ। ਹੁਣ ਭੀਮ ਚੰਦ ਨੂੰ ਇਹ ਮੌਕਾ ਮਿਲਿਆ ਵੀ ਲੜਨਾ ਇਹਨੇ ਅੱਗੇ ਜਾ ਕੇ ਆ, ਕਿਲਾ ਇਹਨੇ ਤੋੜਨਾ ਹੈ। ਇਹ ਹੁਣ ਆਪ ਅੱਗੇ ਲੱਗਣਾ ਚਾਹੁੰਦਾ ਹੈ, ਉਹਨੂੰ ਸ਼ਾਬਾਸ਼ ਪ੍ਰਾਪਤ ਹੋ ਰਹੀ ਹੈ। ਸ਼ਾਬਾਸ਼ ਤੇਰੇ, ਤੂੰ ਬੜਾ ਵੱਡਾ ਸੂਰਮਾ ਹੈ ਜਿਹਨੇ ਇਸ ਤਰ੍ਹਾਂ ਦੀ ਵਿਉਂਤ ਬਣਾਈ ਹੈ। ਅਬ ਹੈ ਨਹੀਂ ਪੁਰਸ਼ਾਰਥ ਕਰੈ। ਹੁਣ ਆਪਾਂ ਉਸ ਵੇਲੇ ਬੈਠਾਂਗੇ ਜਿਸ ਵੇਲੇ ਗੁਰੂ ਪਾਤਸ਼ਾਹ ਨੂੰ ਜਿੱਤ ਲਵਾਂਗੇ। ਤੂੰ ਕੋਈ ਹੋਰ ਪੁਰਸ਼ਾਰਥ ਨਹੀਂ ਕਰਨ ਲੱਗਾ, ਭਾਵ ਕਿ ਤੂੰ ਜਦੇ ਕਦੇ ਲੜਿਆ ਹੈ, ਵੈਰੀ ਮਾਰਦਾ ਰਿਹਾ ਹੈ, ਇਸ ਨੂੰ ਉਸਨੇ ਹੋਰ ਮਾਣ ਦਿੱਤਾ ਹੈ ਵੀ ਤੂੰ ਵੈਰੀ ਨੂੰ ਮਾਰਨ ਵਾਲਾ ਹੈ। ਅਤੇ ਰਿਪਨ ਜਬ ਕਬ ਤੂੰ ਲੜੈ, ਜਦੋਂ ਕਦੇ ਤੂੰ ਲੜਿਆ ਹੈ ਉਸ ਵੇਲੇ ਤੂੰ ਬਹੁਤ ਵੈਰੀਆਂ ਨੂੰ ਮਾਰਿਆ ਹੈ। ਪੁਰ ਘੇਰਾ ਅਬ ਦੇਹੋ ਹਟਾਏ। ਹੁਣ ਆਪਾਂ ਆਨੰਦਪੁਰ ਸਾਹਿਬ ਦਾ ਘੇਰਾ ਛੱਡ ਦੇਣਾ ਕਰੀਏ। ਕਰੋ ਸਕੇਲਨ ਦਲ ਸਮੁਦਾਏ। ਸਾਰੀ ਫੌਜ ਨੂੰ ਇਕੱਠਾ ਕਰ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੱਕੇ ਵਾਰੀ ਹਮਲਾ ਕਰੀਏ। ਅੱਛੀ ਲੱਗੈ ਮਸਲਤ ਤੋਰੀ। ਇਹ ਤੇਰੀ ਸਲਾਹ ਬੜੀ ਚੰਗੀ ਹੈ। ਆਪਾਂ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲੇ ਤੇ ਕਈ ਕੀਤੇ ਨੇ, ਪਰ ਆਪਾਂ ਅੱਗੇ ਪਿੱਛੇ ਹਮਲੇ ਕੀਤੇ। ਹੁਣ ਆਪਾਂ ਸਾਰੇ ਮਿਲ ਕੇ ਇਕੱਠੇ ਹਮਲਾ ਕਰੀਏ, ਇਹ ਸਲਾਹ ਬੜੀ ਚੰਗੀ ਹੈ। ਲਿਓ ਕਾਲ ਇਸ ਗੜ ਕੋ ਤੋਰੀ। ਅਤੇ ਇਸ ਵੇਲੇ ਹੁਣ ਮਹਾਰਾਜ ਦਾ ਇਹ ਕਿਲਾ ਤੋੜ ਲਈਏ। ਗੁਰਮੁਖੋ ਆਨੰਦਪੁਰ ਸਾਹਿਬ ਤੋਂ ਜੇ ਸਾਈਡ ਤੇ ਰੇਲਵੇ ਦੀ ਲਾਈਨ ਹੈ ਨਾ, ਸਟੇਸ਼ਨ ਹੈ, ਉਸ ਪਾਸੇ ਇਹ ਕਿਲਾ ਹੈ, ਥੱਲੇ ਨੀਵੇਂ ਪਾਸੇ, ਉਹਦਾ ਨਾਮ ਲੋਹਗੜ੍ਹ ਦਾ ਕਿਲਾ ਹੈ।
ਕਹਿੰਦੇ ਵੀ ਚਲੋ ਹੁਣ ਫੌਜ ਲਿਜਾ ਕੇ ਉਸ ਕਿਲੇ ਨੂੰ ਤੋੜਨਾ ਕਰੀਏ। ਅਬ ਹੀ ਤੇ ਦੇਹੋ ਤੇਜ ਮਸਾਲੇ। ਹੁਣੇ ਹੀ ਜਿਹੜੇ ਨਾ ਹਾਥੀ ਨੂੰ ਮਸਾਲੇ ਚਾਰੋ। ਇਹਨੇ ਆਖਿਆ ਨਾ ਮੇਰੇ ਕੋਲ ਹਾਥੀ ਹੈ, ਮੇਰਾ ਹਾਥੀ ਟੱਕਰ ਮਾਰੇਗਾ ਤੇ ਕਿਲੇ ਦਾ ਦਰਵਾਜ਼ਾ ਟੁੱਟੇਗਾ। ਭੀਮ ਚੰਦ ਰਾਜੇ ਨੇ ਕਿਹਾ ਵੀ ਹਾਥੀ ਦਾ ਸਰੀਰ ਬੜਾ ਤਗੜਾ ਹੈ, ਉਹਨੂੰ ਅੱਜੇ ਹੀ ਮਸਾਲੇ ਇਹੋ ਜਿਹਾ ਗਰਮ ਦਿਓ ਵੀ ਕੱਲ ਨੂੰ ਪੂਰਾ ਹਾਥੀ ਗਰਮ ਹੋ ਜਾਵੇ। ਹੁਣੇ ਹੀ ਉਸ ਹਾਥੀ ਨੂੰ ਗਰਮ ਗਰਮ ਮਸਾਲੇ, ਤਾਕਤ ਵਾਲੇ ਮਸਾਲੇ ਚਾਰਨਾ ਕਰੋ। ਮਤ ਪਿਲਾਏ ਕਰ ਪ੍ਰਾਤ ਵਿਸਾਲੇ। ਉਸ ਹਾਥੀ ਨੂੰ ਰਾਤ ਨੂੰ ਬਹੁਤ ਜ਼ਿਆਦੀ ਸ਼ਰਾਬ ਪਿਲਾ ਦਿਓ ਤਾਂ ਕਿ ਸਵੇਰ ਤੱਕ ਹਾਥੀ ਪੂਰਾ ਅੰਨਾ ਬੋਲਾ ਹੋ ਜਾਵੇ। ਜਿੱਧਰ ਨੂੰ ਆਪਾਂ ਤੋਰੀਏ ਬਸ ਅੰਨੇ ਵਾਹ ਤੁਰਿਆ ਜਾਵੇ ਔਰ ਟੱਕਰਾਂ ਮਾਰੇ। ਹਾਥੀ ਨੂੰ ਪੂਰਾ ਜੋਸ਼ ਵਿੱਚ ਲਿਆਉਣ ਵਾਸਤੇ, ਉਹਦੀ ਤਾਕਤ ਨੂੰ ਹੋਰ ਵਧਾਉਣ ਵਾਸਤੇ ਉਹਨੂੰ ਤਾਕਤਵਰ ਮਸਾਲੇ ਖਵਾਏ ਜਾਣ ਤੇ ਨਾਲ ਉਸ ਨੂੰ ਜਿਹੜੀ ਸ਼ਰਾਬ ਹੈ ਉਹ ਰੱਜ ਕੇ ਪਿਲਾਈ ਜਾਵੇ। ਇਹ ਸਗਰੋ ਦਲ ਹੋ ਪਿਸ਼ਾਰੀ। ਉਸ ਹਾਥੀ ਨੂੰ ਅੱਗੇ ਕਰੋ, ਉਸ ਹਾਥੀ ਦੇ ਮਗਰ ਆਪਣੀ ਸਾਰੀ ਫੌਜ ਮਿਲ ਕੇ ਚੱਲਣਾ ਕਰੇ। ਸੰਘਾਰੋ ਜੋ ਆਏ ਅਗਾਰੀ। ਤੇ ਜਿਹੜਾ ਅੱਗੋਂ ਹਾਥੀ ਨੂੰ ਰੋਕਣ ਵਾਸਤੇ ਆਵੇ ਉਸ ਨੂੰ ਤਲਵਾਰ ਦੀ ਭੇਟ ਕਰ ਦਿਓ। ਇਹ ਭੀਮ ਚੰਦ ਰਾਜਾ ਹੁਣ ਕਹਿ ਰਿਹਾ, ਜੇ ਹਾਥੀ ਨੂੰ ਕੱਲ ਨੂੰ ਕਿਲਾ ਤੋੜਨ ਵਾਸਤੇ ਲੈਣਾ, ਉਹਨੂੰ ਹੁਣੇ ਹੀ ਮਸਾਲੇ ਦੇਣੇ ਸ਼ੁਰੂ ਕਰ ਦਿਓ, ਹੁਣੇ ਹੀ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿਓ, ਕਿਉਂਕਿ ਵੱਡਾ ਹਾਥੀ ਹੈ, ਉਹਨੂੰ ਹੌਲੀ ਹੌਲੀ ਨਸ਼ਾ ਹੋਣਾ ਹੈ। ਇਸ ਕਰਕੇ ਕੱਲ ਤੱਕ ਉਹ ਪੂਰਾ ਮਸਤ ਹੋ ਜਾਵੇ, ਰਾਤੋਂ ਰਾਤ ਉਸ ਨੂੰ ਸ਼ਰਾਬਾਂ ਪਿਆ ਕੇ ਤਿਆਰ ਕਰਨਾ ਕਰੋ। ਏਕ ਤਾਣ ਹੋਏ ਪਹੁੰਚੋ ਸਾਰੇ। ਅਤੇ ਸਾਰੇ ਜਾਣੇ ਫਿਰ ਇਕੱਠੇ ਹੋ ਕੇ ਬਲ ਆ ਕੇ ਤੇ ਆਪਾਂ ਪਹੁੰਚਣਾ ਕਰੀਏ। ਇਮਲੀ ਜੋ ਗੜ ਤੋੜ ਸੁਖਾ। ਇਸ ਤਰ੍ਹਾਂ ਆਪਾਂ ਇਹ ਬੜਾ ਸੌਖਾ ਹੀ ਕਿਲਾ ਤੋੜ ਲਵਾਂਗੇ। ਲੋਹਗੜ੍ਹ ਦਾ ਕਿਲਾ ਆਪਣੇ ਅੱਗੇ ਕੀ ਹੈ, ਛੋਟਾ ਜਿਹਾ ਕਿਲਾ ਹੈ, ਵੱਡਾ ਆਪਣੇ ਕੋਲ ਹਾਥੀ ਹੈ, ਐਡੀ ਵੱਡੀ ਫੌਜ ਹੈ, ਇਹ ਤੇ ਬੜਾ ਸੌਖਾ ਆਪਾਂ ਜਿੱਤ ਲੈਣਾ ਹੈ। ਪ੍ਰੇਰਿਓ ਕਾਲ ਸਮੀਪ ਮਰਨ ਕੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੱਲ ਇਹ ਆ ਗੁਰਮਖੋ, ਜਦੋਂ ਬੰਦੇ ਦਾ ਅੰਤ ਸਮਾਂ ਆ ਜਾਂਦਾ ਨਾ, ਮੌਤ ਆ ਜਾਂਦੀ ਹੈ, ਉਹ ਮੌਤ ਬੰਦੇ ਨੂੰ ਆਪ ਹੀ ਪ੍ਰੇਰਦੀ ਹੈ ਵੀ ਆ ਜਾ ਤੇਰਾ ਸਮਾਂ ਆ ਗਿਆ। ਫਿਰ ਮੌਤ ਦਾ ਪ੍ਰੇਰਿਆ ਬੰਦਾ ਉਹ ਸਭ ਕੁਝ ਆਪਣੇ ਆਪ ਹੀ ਕਰਦਾ ਹੈ। ਇਸ ਕੇਸਰੀ ਚੰਦ ਰਾਜੇ ਦੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਉਹ ਮੌਤ ਇਹਦੇ ਕੋਲੋਂ ਸਭ ਕੁਝ ਕਰਾਉਂਦੀ ਪਈ ਹੈ। ਹਾਥੀ ਦੀ ਯੋਜਨਾ ਵੀ ਤਾਂ ਹੀ ਆਈ ਹੈ, ਔਰ ਸਾਰੇ ਰਾਜਿਆਂ ਵਿੱਚ ਬੜੇ ਹੰਕਾਰ ਦੇ ਨਾਲ ਜਿਹੜੀਆਂ ਇਹਨੇ ਗੱਲਾਂ ਕਹੀਆਂ, ਉਹ ਵੀ ਤਾਂ ਹੀ ਕਹੀਆਂ ਨੇ ਵੀ ਇਹਦੀ ਮੌਤ ਨੇੜੇ ਆ ਗਈ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ, ਇਹ ਕੇਸਰੀ ਚੰਦ ਰਾਜਾ ਮੌਤ ਨੇ ਸਮਝ ਲਓ ਪ੍ਰੇਰਿਆ ਹੋਇਆ ਹੈ। ਕੀਨ ਕੇਸਰੀ ਚੰਦ ਪਰਨ ਕੋ। ਅਤੇ ਇਹ ਕੇਸਰੀ ਚੰਦ ਨੇ ਪ੍ਰਣ ਕਰ ਲਿਆ, ਜੇ ਮੈਂ ਕੱਲ ਨੂੰ ਲੋਹਗੜ੍ਹ ਦਾ ਕਿਲਾ ਨਾ ਤੋੜਿਆ ਤੇ ਮੈਂ ਆਪਣੇ ਬਾਪ ਦਾ ਪੁੱਤਰ ਨਹੀਂ ਹਾਂ। ਜੇ ਮੈਂ ਕੱਲ ਨੂੰ ਕਿਲਾ ਨਾ ਭੰਨਿਆ ਤੇ ਮੈਂ ਤੁਹਾਨੂੰ ਆਪਣਾ ਮੂੰਹ ਨਹੀਂ ਵਿਖਾਵਾਂਗਾ। ਮੈਨੂੰ 10 ਪਾਪ, ਦੁਨੀਆ ਦੇ ਵੱਡੇ ਪਾਪ ਮੈਨੂੰ ਲੱਗਣ, ਉਹਨਾਂ ਪਾਪਾਂ ਦਾ ਦੋਸ਼ ਮੈਨੂੰ ਲੱਗੇ ਜੇ ਮੈਂ ਕਿਲੇ ਨੂੰ ਨਾ ਭੰਨ ਸਕਿਆ। ਕਹਿਣ ਲੱਗੇ ਗੱਲਾਂ ਤਾਂ ਮੂੰਹੋਂ ਨਿਕਲੀਆਂ ਕਿਉਂਕਿ ਇਹਦੀ ਮੌਤ ਨੇੜੇ ਆ ਗਈ ਹੈ। ਤਿਆਰੀ ਕਰਨ ਲੱਗਿਓ ਕਹਿਲੂਰੀ। ਇਸ ਤਰ੍ਹਾਂ ਇਹ ਕਹਿਲੂਰੀਆ ਰਾਜਾ ਇਹ ਵੀ ਆਪਣੇ ਤਿਆਰੀ ਕਰਨ ਲੱਗਾ ਹੈ। ਲੱਖਾਂ ਕੇ ਹੋਏ ਲਾਲਸਾ ਪੂਰੀ। ਮਨ ਵਿੱਚ ਜਾਣਦੇ ਨੇ ਵੀ ਆਪਣਾ ਤੇ ਕੰਮ ਹੁਣ ਪੂਰਾ ਹੋ ਹੀ ਜਾਣਾ ਹੈ, ਕਿਲਾ ਤੇ ਆਪਾਂ ਮੰਨ ਲਓ ਜਿੱਤ ਹੀ ਲਿਆ ਹੈ। ਜਹ ਕਹਿ ਡੇਰਨ ਮਹਿ ਨਰ ਫੇਰਾ। ਜਿੱਥੇ ਕਿਥੇ ਨਾ ਸਾਰੀ ਫੌਜ ਦੇ ਡੇਰੇ ਲੱਗੇ ਹੋਏ ਨਾ, ਵੱਖ-ਵੱਖ ਕੰਪਨੀਆਂ ਬੈਠੀਆਂ, ਇੱਥੇ ਫਲਾਣੇ ਰਾਜੇ ਦੀ ਫੌਜ ਹੈ, ਇੱਥੇ ਫਲਾਣੇ ਰਾਜੇ ਦੀ ਫੌਜ। ਤੇ ਉਸ ਵੇਲੇ ਘੋੜਿਆਂ ਤੇ ਚੜਾ ਕੇ ਘੋੜਸਵਾਰ ਸਾਰੀ ਫੌਜ ਨੂੰ ਦੂਰ ਤੱਕ ਸੁਨੇਹਾ ਦਿੱਤਾ ਹੈ, ਕੱਲ ਨੂੰ ਸਾਰੀ ਫੌਜ ਸਵੇਰੇ ਤਿਆਰ ਹੋ ਜਾਵੇ, ਤੜਕੇ ਆਪਾਂ ਹਮਲਾ ਕਰਨਾ ਹੈ। ਇਸ ਤਰ੍ਹਾਂ ਸਾਰੀ ਫੌਜ ਵਿੱਚ ਢੰਡੋਰਾ ਸੁਣਾ ਦਿੱਤਾ ਹੈ। ਇਕੱਠੇ ਹੋਏ ਤਿਆਗ ਦਿਓ ਘੇਰਾ। ਸਾਰਿਆਂ ਨੂੰ ਆਖਿਆ ਘੇਰਾ ਛੱਡ ਦਿਓ। ਪਹਿਲਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠੇ ਸਨ, ਘੇਰਾ ਛੱਡ ਕੇ ਸਾਰੇ ਜਾਣੇ ਇੱਕ ਥਾਂ ਤੇ ਇਕੱਠੇ ਹੋਣਾ ਕਰੋ। ਹੀਲਾ ਕਰੈ ਬਨੈ ਸੁਖਦਾਈ। ਕੱਲ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਇਕੱਠਿਆਂ ਨੇ ਹਮਲਾ ਕਰਨਾ ਹੈ। ਲਿਹੋ ਲੋਹਗੜ੍ਹ ਕੋ ਛੁਟਕਾਏ। ਇਸ ਤਰੀਕੇ ਨਾਲ ਆਪਾਂ ਲੋਹਗੜ੍ਹ ਦਾ ਕਿਲਾ ਛਡਵਾ ਲੈਣਾ ਹੈ। ਇਸ ਤਰ੍ਹਾਂ ਆਪਾਂ ਲੋਹਗੜ੍ਹ ਦੇ ਕਿਲੇ ਨੂੰ ਛਡਾਉਣਾ ਹੈ। ਪਾਛੇ ਸਭ ਸੁਖੈਨ ਹੋਏ ਜਾਈ। ਜਦੋਂ ਲੋਹਗੜ੍ਹ ਦਾ ਕਿਲਾ ਆਪਾਂ ਜਿੱਤ ਲਿਆ ਤੇ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਜਿੱਤ ਲੈਣਾ ਹੈ। ਆਨੰਦਪੁਰ ਸਾਹਿਬ ਆਪਾਂ ਖਾਲੀ ਕਰਾ ਲੈਣਾ ਹੈ। ਫਿਰ ਆਪਾਂ ਸਾਰਿਆਂ ਨੂੰ ਸੁੱਖ ਹੀ ਸੁੱਖ ਪ੍ਰਾਪਤ ਹੋਣਗੇ। ਬਸ ਕੱਲ ਦਾ ਇੱਕ ਅਖੀਰਲਾ ਦਿਨ ਰਹਿ ਗਿਆ ਲੜਾਈ ਕਰਨ ਵਾਸਤੇ, ਫਿਰ ਆਪਾਂ ਸਾਰਿਆਂ ਨੂੰ ਬੜੇ ਸੁੱਖ ਮਿਲਨੇ ਹਨ। ਗੁਰੂ ਗੋਬਿੰਦ ਸਿੰਘ ਦੇਹੋ ਪਲਾਈ। ਬਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਛੱਡ ਕੇ ਭੱਜਣ ਵਾਸਤੇ ਮਜਬੂਰ ਕਰ ਦਿਓ। ਐਸਾ ਭਿਆਨਕ ਹਮਲਾ ਕਰੋ
ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਦੌੜ ਜਾਣਾ ਕਰਨ। ਸਭ ਮੈਂ ਪ੍ਰਗਟ ਭਈਏ ਮਸਲਤ। ਗੁਰਮੁਖੋ ਇਹ ਸਲਾਹ ਨਾ ਸਾਰੀ ਫੌਜ ਵਿੱਚ ਸਾਰਿਆਂ ਨੂੰ ਦੱਸ ਦਿੱਤਾ ਵੀ ਕੱਲ ਨੂੰ ਆਪਾਂ ਹਾਥੀ ਲੈ ਕੇ ਜਾਣਾ ਹੈ ਔਰ ਇੱਕੇ ਵਾਰੀ ਲੋਹਗੜ੍ਹ ਦੇ ਕਿਲੇ ਦੇ ਉੱਪਰ ਹਮਲਾ ਕਰਨਾ ਹੈ। ਹੋਤ ਪ੍ਰਾਤ ਕੇ ਲਹਿ ਦੁਰਗਹਤ। ਜਦੋਂ ਕੱਲ ਨੂੰ ਦਿਨ ਚੜ੍ਹੇਗਾ, ਮਹਾਰਾਜ ਦੇ 5 ਕਿਲੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ। 5 ਕਿਲਿਆਂ ਵਿੱਚ ਇੱਕ ਕਿਲਾ ਲੋਹਗੜ੍ਹ ਦਾ ਹੈ। ਇਹ ਕਿਲਾ ਕੱਲ ਨੂੰ ਆਪਾਂ ਮਹਾਰਾਜ ਦੇ ਕੋਲੋਂ ਖੋਹ ਲੈਣਾ ਹੈ ਤੇ ਅਨੰਦਪੁਰ ਸਾਹਿਬ ਤੇ ਆਪਣਾ ਕਬਜ਼ਾ ਕਰਨਾ ਹੈ। ਨਿਜ ਨਿਜ ਸਿਵਰ ਗਏ ਸਭ ਰਾਜੇ। ਰਾਜੇ ਸਲਾਹ ਕਰਕੇ ਆਪੋ ਆਪਣੇ ਥਾਵਾਂ ਤੇ ਜਾ ਕੇ ਪਹੁੰਚ ਗਏ। ਸਲਾਹ ਇਹ ਕਰ ਲਈ ਹੈ ਵੀ ਕੱਲ ਨੂੰ ਸਵੇਰੇ ਹਮਲਾ ਕਰਨਾ ਹੈ। ਚਿਤਵਤ ਜਾਤ ਜੰਗ ਕੇ ਕਾਜੇ। ਤੇ ਰਾਹ ਵਿੱਚ ਅਤੇ ਆਪੋ ਆਪਣੇ ਤੰਬੂਆਂ ਵਿੱਚ ਬੈਠੇ ਸੋਚਦੇ ਪਏ ਵੀ ਕੱਲ ਨੂੰ ਹਮਲਾ ਕਿਵੇਂ ਕਰਾਂਗੇ, ਕਿਹੜੇ ਟਾਈਮ ਨੂੰ ਕਰਾਂਗੇ, ਕਿਹੜੇ ਪਾਸਿਓਂ ਕਰਾਂਗੇ। ਸਾਰੀ ਰਾਤ ਯੋਜਨਾ ਬਣਾਉਂਦਿਆਂ ਜਿਹੜਾ ਹੈ ਕਿਸ ਤਰੀਕੇ ਨਾਲ ਜੰਗ ਕੱਲ ਨੂੰ ਕਰਨਾ ਸੋਚਦੇ ਪਏ ਹਨ। ਸੰਗਰ ਅੰਤ ਹੋਏ ਹੈ ਪ੍ਰਾਤੀ। ਮਨ ਵਿੱਚ ਰਾਜੇ ਸੋਚਦੇ ਨੇ ਵੀ ਕੱਲ ਨੂੰ ਤੇ ਬਸ ਜੰਗ ਦਾ ਅੰਤ ਹੋ ਹੀ ਜਾਣਾ ਹੈ। ਪਰ ਗੁਰਮੁਖੋ ਇਹ ਨਹੀਂ ਪਤਾ ਵੀ ਕੱਲ ਨੂੰ ਤੇ ਜੰਗ ਦਾ ਅੰਤ ਨਹੀਂ ਹੋਣਾ, ਕੇਸਰੀ ਚੰਦ ਦਾ ਅੰਤ ਹੋਣਾ ਹੈ। ਰਾਜੇ ਬੜੇ ਖੁਸ਼ ਨੇ ਵੀ ਕੱਲ ਨੂੰ ਜੰਗ ਵਿੱਚੋਂ ਜਿੱਤ ਹੋ ਜਾਣੀ ਹੈ ਤੇ ਜੰਗ ਦਾ ਅੰਤ ਹੋ ਜਾਣਾ ਹੈ। ਪ੍ਰਾਪਤ ਜੈ ਕੇ ਪ੍ਰਾਜੈ ਬਾਤੀ। ਤੇ ਕੱਲ ਨੂੰ ਆਪਾਂ ਸਾਰਿਆਂ ਨੂੰ ਜਿੱਤ ਪ੍ਰਾਪਤ ਹੋ ਜਾਣੀ ਹੈ। ਡੇਰੇ ਗਇਓ ਕੇਸਰੀ ਚੰਦ। ਕਹਿਣ ਲੱਗੇ ਗੁਰਮੁਖੋ ਇਸ ਤਰ੍ਹਾਂ ਇਹ ਕੇਸਰੀ ਚੰਦ ਰਾਜਾ ਆਪਣੇ ਡੇਰੇ ਚਲਾ ਗਿਆ ਹੈ। ਇੱਕ ਹਾਥੀ ਕੋ ਗਰਭ ਬਿਲੰਦ। ਆਪਣੇ ਹਾਥੀ ਨੂੰ ਜਾ ਕੇ ਵੇਖਿਆ। ਗੁਰਮੁਖੋ ਬੜਾ ਵੱਡਾ ਨਾ ਡੀਲ ਡੌਲ ਬੜੇ ਵੱਡੇ ਕੱਦ ਦਾ ਹਾਥੀ ਹੈ ਕੇਸਰੀ ਚੰਦ ਦੇ ਕੋਲ। ਹਾਥੀ ਦੇ 4 ਚਫੇਰੇ ਫਿਰਿਆ, ਸੱਜੇ ਖੱਬੇ ਵੇਖਿਆ। ਹਾਥੀ ਬੜਾ ਤਗੜਾ ਹੈ। ਆਪਣੇ ਵੱਡੇ ਤਾਕਤਵਰ ਹਾਥੀ ਨੂੰ ਵੇਖ ਕੇ ਤੇ ਇਹ ਜਿਹੜਾ ਕੇਸਰੀ ਚੰਦ ਬੜਾ ਖੁਸ਼ ਹੁੰਦਾ ਹੈ। ਗਿਰ ਕੋ ਸ਼੍ਰਿੰਗ ਮਨੋਬਲ ਭਾਰੀ। ਅਤੇ ਮੰਨ ਲਓ ਵੀ ਇਹ ਕੋਈ ਵੱਡਾ ਹਾਥੀ ਨਹੀਂ ਹੈ, ਸਮਝ ਲਓ ਵੀ ਕਿਸੇ ਪਹਾੜ ਦੀ ਵੱਡੀ ਚੋਟੀ ਹੈ। ਐਸਾ ਵੱਡਾ ਇਹਨਾਂ ਦੇ ਕੋਲ ਹਾਥੀ ਹੈ। ਖਰੋ ਝੂਲ ਤੋਂ ਬੋਬਲ ਧਾਰੀ। ਇਹਦੇ ਵਿੱਚ ਬਲ ਬੜਾ ਗੁਰਮੁਖੋ ਹਾਥੀ ਦੇ। ਖਲੋਤਾ ਹੋਇਆ ਹਾਥੀ ਝੂਮਦਾ ਪਿਆ, ਬੜਾ ਮਸਤ ਹੋਇਆ। ਬੜੇ ਬਲ ਵਾਲਾ ਇਹ ਹਾਥੀ ਹੈ। ਤਵੇ ਪੁਲਾ ਦੀ ਢਾਲ ਵਿਸਾਲਾ। ਉਸ ਵੇਲੇ ਗੁਰਮੁਖੋ ਫੌਲਾਦ ਦਾ ਜਿਹੜਾ ਲੋਹਾ ਹੁੰਦਾ ਨਾ ਬੜਾ ਮਜ਼ਬੂਤ ਹੁੰਦਾ ਹੈ। ਫੌਲਾਦ ਦੇ ਲੋਹੇ ਨੂੰ ਮਜ਼ਬੂਤ ਮੰਨਿਆ ਹੈ। ਇਸ ਰਾਜੇ ਨੇ ਕੀ ਕੀਤਾ ਹੈ, ਫੌਲਾਦ ਦੇ ਲੋਹੇ ਦੀਆਂ ਢਾਲਾਂ ਇਕੱਠੀਆਂ ਕੀਤੀਆਂ। ਕਹਿਣ ਲੱਗਾ ਫੌਲਾਦ ਦੀਆਂ ਢਾਲ ਜਿਹੜੀ ਆ ਇਕੱਠੀ ਕਰਨਾ ਕਰੋ। ਲੈ ਸਕੇਲ ਅਨਾਇਓ ਤਲ। ਤੇ ਰਾਜੇ ਨੇ ਮੰਗਵਾ ਲਈਆਂ। ਕਹਿਣ ਲੱਗਾ ਲੋਹੇ ਦੀਆਂ ਢਾਲਾਂ, ਜਿਹਨੂੰ ਆਪਾਂ ਕਹਿ ਦਿੰਦੇ ਲੋਹੇ ਦਾ ਵੱਡਾ ਤਵਾ, ਮੋਟਾ ਤਵਾ, ਇਸ ਤਰ੍ਹਾਂ ਦੀਆਂ ਢਾਲਾਂ ਜਿਹੜੀਆਂ ਨੇ ਉਸ ਵੇਲੇ ਮੰਗਵਾ ਲਈਆਂ ਹਨ। ਸਾਰ ਬਾਰਨੀ ਬਹੁਤ ਮੰਗਾਈ। ਸਿਪਾਹੀਆਂ ਨੂੰ ਆਖਿਆ ਜਿਹੜੀ ਬਹੁਤ ਵਧੀਆ ਸ਼ਰਾਬ ਹੈ, ਬੜਾ ਨਸ਼ਾ ਕਰਨ ਵਾਲੀ, ਉਹ ਸ਼ਰਾਬ ਦੀਆਂ ਬਾਲਟੀਆਂ ਭਰ ਭਰ ਕੇ ਲਿਆਓ। ਲਿਆਂਦੀਆਂ ਗਈਆਂ, ਹਾਥੀ ਦੇ ਅੱਗੇ ਰੱਖੀਆਂ ਗਈਆਂ। ਹਾਥੀ ਨੂੰ ਰੱਜ ਕੇ ਸ਼ਰਾਬ ਪਿਆਈ ਗਈ ਜਿੰਨੀ ਪੀ ਸਕੇ, ਤਾਂ ਕਿ ਮਸਤ ਹੋ ਜਾਵੇ, ਅੰਨਾ ਹੋ ਜਾਵੇ। ਕੱਲ ਨੂੰ ਕਿਲੇ ਨੂੰ ਜਾ ਕੇ ਟੱਕਰ ਮਾਰੇ ਤੇ ਦਰਵਾਜ਼ਾ ਭੰਨ ਦੇਵੇ। ਕੇਸਰੀ ਚੰਦ ਰਾਜਾ ਆਪਣੇ ਹਾਥੀ ਨੂੰ ਤਿਆਰ ਕਰਦਾ ਪਿਆ ਹੈ। ਅਪਰ ਵਸਤ ਆਨੀ ਸਮੁਦਾਈ। ਹੋਰ ਵੀ ਜਿਹੜੀਆਂ ਵਸਤੂਆਂ ਚਾਹੀਦੀਆਂ ਨਾ ਜੰਗ ਦੇ ਵਿੱਚ ਹਾਥੀ ਦੀ ਹਿਫਾਜ਼ਤ ਕਰਨ ਵਾਸਤੇ ਔਰ ਫੌਜ ਦੇ ਲੜਨ ਵਾਸਤੇ, ਰਾਜੇ ਨੇ ਸਾਰੀਆਂ ਮੰਗਵਾਈਆਂ ਹਨ। ਦੁਖਰਾ ਲੜਤ ਚੌਗਿਰ ਦੇ ਮੋਰਚੇ ਉਠਣ ਲੱਗੇ ਜਿਸ ਕਾਲ। ਹੁਣ ਗੁਰਮੁਖੋ 4 ਚਫੇਰੇ ਪਹਿਲਾਂ ਲੜਾਈ ਹੁੰਦੀ ਪਈ ਹੈ। ਖਾਲਸਾ ਫੌਜ ਨੇ ਕੀ ਵੇਖਿਆ, ਇਹ ਮੋਰਚਿਆਂ ਦੇ ਵਿੱਚੋਂ ਉੱਠ ਪਏ ਨੇ। ਹੁਣ ਦੁਸ਼ਮਣ ਵੱਲ ਨਿਗਾਹ ਤੇ ਹੈ ਨਾ, ਦੁਸ਼ਮਣ ਵੱਲ ਧਿਆਨ ਤੇ ਹੈ ਵੀ ਕੀ ਕਰਦਾ ਪਿਆ। ਖਾਲਸਾ ਫੌਜ ਨੇ ਵੇਖਿਆ ਵੀ ਇਹ ਆਪੋ ਆਪਣੇ ਮੋਰਚੇ ਛੱਡ ਕੇ ਇੱਕ ਥਾਂ ਤੇ ਇਕੱਠੇ ਹੁੰਦੇ ਪਏ ਹਨ। ਜਵਾਲਾ ਬਮਣੀ ਖਾਲਸੇ ਕਸ ਕਸ ਤਜੀ ਉਤਾਲ। ਉਸ ਵੇਲੇ ਖਾਲਸੇ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ ਕੇ ਜਿੱਥੇ ਇਕੱਠੇ ਹੁੰਦੇ ਪਏ ਸਨ ਉੱਥੇ ਬਹੁਤ ਗੋਲੀ ਚਲਾਈ ਹੈ। ਚੌਪਈ ਤਜ ਤਜ ਮੋਰਚਾ ਭਾਜੇ ਜਿਉਂ ਜਿਉਂ। ਇਹ ਜਿਹੜੇ ਫਿਰ ਪਹਾੜੀਏ ਨੇ ਆਪੋ ਆਪਣੇ ਮੋਰਚੇ ਛੱਡ ਕੇ ਚੱਲਦੀ ਗੋਲੀ ਵੇਖ ਕੇ ਫਿਰ ਦੌੜਨ ਲੱਗੇ ਹਨ। ਕਸ ਕਸ ਤੁਪਕ ਪ੍ਰਹਾਰੈ ਤਿਉਂ ਤਿਉਂ। ਉਸੇ ਤਰ੍ਹਾਂ ਕਸ ਕੇ ਬੰਦੂਕ ਦੇ ਵਿੱਚੋਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਹਨ। ਲੱਗ ਲੱਗ ਗੁਲਕਾਂ ਘਾਇਲ ਹੋਏ। ਕੁਝ ਸਿਪਾਹੀ ਪਹਾੜੀਆਂ ਦੇ, ਪਹਾੜੀ ਫੌਜ ਦੇ ਕੁਝ ਸਿਪਾਹੀ ਜਿਹੜੇ ਨੇ ਗੋਲੀਆਂ ਲੱਗਣ ਕਰਕੇ ਜ਼ਖਮੀ ਹੋ ਗਏ ਹਨ। ਕਾਬ ਕੁਥਾਏ ਕਿ ਤੱਕ ਮਰ ਤੇ ਸੋਏ। ਕਈਆਂ ਨੂੰ ਜ਼ਖਮ ਇੰਨੇ ਡੂੰਘੇ ਲੱਗੇ ਵੀ ਉਹ ਮਾਰੀ ਗਏ, ਕਈ ਤੇ ਜ਼ਖਮੀ ਹੋ ਕੇ ਭੱਜ ਗਏ।
ਪਰ ਕਈਆਂ ਦੇ ਜ਼ਖਮ ਐਸੇ ਡੂੰਘੇ ਲੱਗ ਗਿਆ ਵੀ ਉਹ ਭੱਜਦਿਆਂ ਭੱਜਦਿਆਂ ਵੀ ਮੌਤ ਨੂੰ ਪ੍ਰਾਪਤ ਹੋ ਗਏ ਹਨ। ਪਹੁੰਚੈ ਸਿੰਘ ਲੂਟੈ ਹਥਿਆਰੈ। ਜਦੋਂ ਵੇਖਦੇ ਵੀ ਇਹ ਜ਼ਖਮੀ ਹੋ ਗਿਆ, 2-4 ਸਿੰਘ ਮਹਾਰਾਜ ਦੇ ਘੋੜੇ ਤੇ ਚੜ੍ਹਦੇ ਉਹਦੇ ਹੱਥੋਂ ਹਥਿਆਰ ਖੋਹ ਕੇ ਲੈ ਆਉਂਦੇ ਵੀ ਤੂੰ ਤੇ ਹੁਣ ਮਾਰੀ ਜਾਣਾ, ਹਥਿਆਰ ਦਾ ਤੂੰ ਕੀ ਕਰਨਾ ਹੈ। ਜ਼ਖਮੀਆਂ ਦੇ ਹੱਥੋਂ ਖੋਹ ਕੇ ਉਹਨਾਂ ਦੇ ਹਥਿਆਰ ਤੇ ਕਿਲੇ ਵਿੱਚ ਲੈ ਜਾਂਦੇ ਹਨ। ਜੀਤ ਮਿਲੈ ਕਟਿਆ ਕਰ ਡਾਰੈ। ਤੇ ਜਿਹੜਾ ਕੋਈ ਜਿਉਂਦਾ ਮਿਲਦਾ ਨਾ, ਉਹਦੀ ਧੌਣ ਤੇ ਇਹੋ ਜਿਹਾ ਵਾਰ ਕਰਦੇ ਵੀ ਗਰਦਨ ਵੱਖਰੀ ਤੇ ਧੜ ਵੱਖਰਾ ਹੋ ਜਾਂਦਾ ਹੈ। ਗਈ ਗੁਰੂ ਟਿਗ ਸੁਧ ਤਵ ਸਾਰੀ। ਗੁਰਮੁਖੋ ਇਹ ਖਬਰ ਮਹਾਰਾਜ ਦੇ ਕੋਲ ਪਹੁੰਚ ਗਈ ਹੈ ਵੀ ਪਹਾੜੀਆਂ ਨੇ ਮੋਰਚਾ ਛੱਡ ਦਿੱਤਾ ਹੈ, ਇੱਕ ਜਗ੍ਹਾ ਤੇ ਇਕੱਠੇ ਹੋ ਗਏ। ਹੁਣ ਮਹਾਰਾਜ ਨੇ ਆਪਣਾ ਹਾਥੀ ਵੀ ਤੇ ਤਿਆਰ ਕਰਨਾ ਨਾ, ਹਾਥੀ ਨਾਲ ਤੇ ਫਿਰ ਹਾਥੀ ਲੜੇਗਾ ਨਾ। ਮਹਾਰਾਜ ਦੇ ਕੋਲ ਖਬਰ ਪਹੁੰਚ ਗਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਮਹਾਰਾਜ ਜੀ ਪਹਾੜੀਏ ਮੋਰਚਾ ਛੱਡ ਕੇ ਤੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਹਨ। ਤਾਜ ਤਾਜ ਮੋਰਚੇ ਜਾਤ ਪਹਾੜੀ। ਇਹ ਜਿਹੜੇ ਪਹਾੜੀਏ ਨੇ ਇਹ ਮੋਰਚਾ ਛੱਡ ਕੇ ਦੁੜੇ ਜਾ ਰਹੇ ਹਨ। ਵੱਡੇ ਮੋਰਚੇ ਹੈ ਜਿਸ ਥਾਨਾ। ਮਹਾਰਾਜ ਜਿੱਥੇ ਵੱਡੇ ਵੱਡੇ ਇਹਨਾਂ ਦੇ ਮੋਰਚੇ ਜੰਗ ਕਰਨ ਵਾਲੇ ਹਨ, ਤਹ ਤਹ ਥਿਰੇ ਬਨੇ ਸਾਵਧਾਨਾ। ਇਹ ਸਾਰੇ ਇੱਕ ਜਗ੍ਹਾ ਦੇ ਉੱਪਰ ਸਾਵਧਾਨ ਹੋ ਕੇ ਇਕੱਠੇ ਹੋ ਗਏ ਹਨ। ਘੇਰਾ ਦਿਓ ਪੁਰੀ ਕੋ ਸ਼ੋਰ। ਮਹਾਰਾਜ ਦੇ ਸਿੱਖਾਂ ਨੇ ਦੱਸਿਆ ਸਤਿਗੁਰੂ 1.5 ਮਹੀਨੇ ਤੋਂ ਘੇਰਾ ਪਾ ਕੇ ਬੈਠੇ ਸਨ। ਅੱਜ ਇਹਨਾਂ ਨੇ ਆਪਣਾ ਘੇਰਾ ਚੁੱਕ ਲਿਆ ਆਨੰਦਪੁਰ ਸਾਹਿਬ ਦੇ 4 ਚੁਫੇਰਿਓਂ ਤੇ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋ ਗਏ ਹਨ। ਕਾਲ ਲੋਹਗੜ੍ਹ ਉਹ ਰਹਿ ਜੋਰ। ਮਹਾਰਾਜ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਕੱਲ ਨੂੰ ਇਹਨਾਂ ਨੇ ਲੋਹਗੜ੍ਹ ਦੇ ਕਿਲੇ ਦੇ ਉੱਪਰ ਜ਼ੋਰ ਪਾਉਣਾ ਹੈ। ਇਹਨਾਂ ਦੀ ਸਲਾਹ ਇਹ ਹੈ, ਕਿਉਂਕਿ ਮਹਾਰਾਜ ਦੇ ਵੀ ਗੁਪਤਚਰ ਵਿੱਚ ਫਿਰਦੇ ਨਾ CID ਲੈਣ ਵਾਲੇ, ਭੇਦ ਲੈਣ ਵਾਲੇ, ਉਹਨਾਂ ਨੇ ਦੱਸਿਆ ਮਹਾਰਾਜ ਸਾਰੀ ਫੌਜ ਨੇ ਕੱਲ ਨੂੰ ਤੁਹਾਡੇ ਕਿਲੇ ਦੇ ਉੱਪਰ ਲੋਹਗੜ੍ਹ ਦੇ ਉੱਪਰ ਹਮਲਾ ਕਰਨਾ ਹੈ। ਇਤਨੇ ਮੈਂ ਗੋਪ ਜੋਹਲ ਕਰਾ। ਕਹਿਣ ਲੱਗੇ ਇੰਨੇ ਚਿਰ ਨੂੰ ਮਹਾਰਾਜ ਦਾ ਜਿਹੜਾ ਸੂਈਆ ਹੈ ਨਾ ਗੁਪਤ ਖਬਰ ਲੈਣ ਵਾਲਾ, ਉਹ ਵੀ ਆ ਕੇ ਦਰਬਾਰ ਵਿੱਚ ਪਹੁੰਚਿਆ ਹੈ। ਗੁਰ ਢਿਗ ਆਏ ਬ੍ਰਤੰਤ ਉਚਾਰਾ। ਉਹਨੇ ਮਹਾਰਾਜ ਜੀ ਨੂੰ ਦੱਸਿਆ ਸਤਿਗੁਰੂ ਪਾਤਸ਼ਾਹ ਜੀ ਪਹਾੜੀਏ ਰਾਜੇ ਤੁਹਾਡਾ ਕਿਲਾ ਢਾਉਣ ਵਾਸਤੇ ਹਾਥੀ ਤਿਆਰ ਕਰਦੇ ਪਏ ਹਨ। ਰੱਬ ਜੀ ਅਹ ਵਹਿਰ ਸੁਧ ਜੈਸੀ। ਮਹਾਰਾਜ ਜਿਸ ਤਰ੍ਹਾਂ ਦੀ ਬਾਹਰ ਖਬਰ ਬਣੀ ਹੋਈ ਹੈ, ਸੁਣੀ ਪਿਖੀ ਮੈਂ ਕਹਿ ਹੂੰ ਤੈਸੀ। ਮੈਂ ਮਹਾਰਾਜ ਆਇਆ ਸੁਣ ਕੇ, ਤੇ ਜਿਵੇਂ ਜਿਵੇਂ ਮੈਂ ਸੁਣ ਕੇ ਆਇਆ ਮੈਂ ਸਾਰੀ ਗੱਲ ਤੁਹਾਨੂੰ ਦੱਸ ਦਿੰਦਾ ਹਾਂ। ਰਾਤ ਮੋਰਚਾ ਮਾਰਿਓ ਜਬੈ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਖਾਲਸੇ ਨੇ ਜਦੋਂ ਰਾਤ ਇਹਨਾਂ ਪਹਾੜੀ ਰਾਜਿਆਂ ਦੀ ਫੌਜ ਦੇ ਉੱਪਰ ਹਮਲਾ ਕੀਤਾ ਹੈ, ਭੀਮ ਚੰਦ ਦੁੱਖ ਝੂਰਿਓ ਤਬੈ। ਤੇ ਤੁਹਾਡੇ ਖਾਲਸੇ ਨੇ ਬਹੁਤ ਜ਼ਿਆਦੀ ਪਹਾੜੀ ਫੌਜ ਮਾਰੀ ਆ ਰਾਤ ਦੇ ਹਨੇਰੇ ਵਿੱਚ। ਆਪਣੀ ਬਹੁਤੀ ਫੌਜ ਮਰੀ ਵੇਖ ਕੇ ਭੀਮ ਚੰਦ ਰਾਜਾ ਬੜਾ ਦੁਖੀ ਹੈ। ਮਰੀ ਹੋਈ ਆਪਣੀ ਫੌਜ ਦਾ ਤੁਹਾਡੇ ਕੋਲੋਂ ਬਦਲਾ ਲੈਣਾ ਚਾਹੁੰਦਾ ਹੈ। ਰਾਜੇ ਸਕਲ ਹਕਾਲ ਸਕੇਲੇ। ਉਸ ਰਾਜੇ ਨੇ ਭੀਮ ਚੰਦ ਨੇ ਬਾਕੀ 22 ਰਾਜੇ ਪਹਾੜਾਂ ਦੇ ਜਿਹੜੇ ਸਨ ਬੁਲਾ ਕੇ ਆਪਣੇ ਕੋਲ ਤੇ ਇਕੱਠੇ ਕੀਤੇ ਹਨ। ਸਮੇਂ ਰਸੋਈ ਕੇ ਜਬ ਮੇਲੇ। ਜਦੋਂ ਮਹਾਰਾਜ ਰਸੋਈ ਦਾ ਟਾਈਮ ਹੋਇਆ ਨਾ, ਭੋਜਨ ਛਕਣ ਦਾ ਟਾਈਮ ਹੋਇਆ, ਉਦੋਂ ਸਾਰੇ ਰਾਜੇ ਇਕੱਠੇ ਹੋਏ। ਸੂਈਆ ਆਇਆ ਭੇਦ ਲੈਣ ਵਾਲਾ, ਦੁਸ਼ਮਣ ਦਾ ਭੇਦ ਲੈ ਕੇ ਮਹਾਰਾਜ ਨੂੰ ਦੱਸਦਾ ਪਿਆ ਮਹਾਰਾਜ ਤੁਹਾਡੇ ਖਾਲਸੇ ਨੇ ਰਾਤ ਹਮਲਾ ਕੀਤਾ, ਉਹਨਾਂ ਦੀ ਫੌਜ ਉੱਪਰ ਬੜਾ ਵੱਡਾ ਨੁਕਸਾਨ ਕਰ ਦਿੱਤਾ ਹੈ। ਤੁਹਾਡੇ ਕੋਲੋਂ ਬਦਲਾ ਲੈਣ ਵਾਸਤੇ ਅੱਜ ਉਹਨਾਂ ਨੇ ਰੋਟੀ ਦੇ ਉੱਪਰ ਸਾਰੇ ਰਾਜਿਆਂ ਦੀ ਮੀਟਿੰਗ ਬੁਲਾਈ ਹੈ ਔਰ ਸਾਰਿਆਂ ਨੇ ਫਿਰ ਇਹ ਸਲਾਹ ਕੀਤੀ ਹੈ। ਸਭ ਮੈਂ ਕਹਿਓ ਮਨੋਰਥ ਆਪਨ। ਸਾਰਿਆਂ ਦੇ ਵਿੱਚ ਆਪਣੀ ਇੱਛਾ ਉਸਨੇ ਆਖੀ ਹੈ। ਲਸ਼ਕਰ ਹੋਏ ਬਿਲੰਦ ਬਿਖਾਪਨ। ਕਿਉਂਕਿ ਬਹੁਤ ਜ਼ਿਆਦੀ ਫੌਜ ਤੁਹਾਡੇ ਖਾਲਸੇ ਨੇ ਇਹਨਾਂ ਪਹਾੜੀ ਰਾਜਿਆਂ ਦੀ ਨਾਸ਼ ਕਰ ਦਿੱਤੀ ਹੈ। ਸਰਵ ਸਭਾ ਮੈਂ ਗਰਭ ਬਖਾਨ। ਮਹਾਰਾਜ ਉਹਨਾਂ ਰਾਜਿਆਂ ਦੀ ਸਭਾ ਦੇ ਵਿੱਚ, ਰਾਜਿਆਂ ਦੀ ਕਚਹਿਰੀ ਦੇ ਵਿੱਚ ਇੱਕ ਰਾਜਾ ਬੜਾ ਹੰਕਾਰੀ ਹੈ ਤੇ ਹੰਕਾਰ ਦੇ ਭਰੇ ਹੋਏ ਰਾਜੇ ਨੇ ਉਸ ਵੇਲੇ ਆਖਿਆ ਹੈ ਪਰਣ ਕੇਸਰੀ ਇਸ ਵਿਦ ਠਾਨਾ। ਮਹਾਰਾਜ ਇਹ ਕੇਸਰੀ ਚੰਦ ਨਾਮ ਦਾ ਰਾਜਾ ਹੈ। ਇਹ ਮਹਾਰਾਜ ਦੇ ਨਾਲ ਬੜੀ ਈਰਖਾ ਕਰਦਾ ਸੀ ਕੇਸਰੀ ਚੰਦ ਰਾਜਾ। ਇੱਕ ਵਾਰੀ ਮਹਾਰਾਜ ਨੇ ਇਸ ਨੂੰ ਕੁਟਾਇਆ ਸੀ ਆਪਣੇ ਸਿੱਖਾਂ ਦੇ ਕੋਲੋਂ। ਇਸ ਨੂੰ ਬੜੀ ਕੁੱਟ ਪਈ, ਮਹਾਰਾਜ ਦੇ ਸਿੱਖਾਂ ਕੋਲੋਂ ਬੜਾ ਵੈਰ ਕਰਦਾ ਹੈ। ਇਹ ਕੇਸਰੀ ਚੰਦ ਰਾਜਾ ਬਾਕੀ ਸਾਰੇ ਰਾਜਿਆਂ ਦੇ ਵਿੱਚ ਬੜੇ ਹੰਕਾਰ ਦੇ ਨਾਲ ਮਹਾਰਾਜ ਜੀ ਉਸਨੇ ਇਹ ਪ੍ਰਣ ਕੀਤਾ ਹੈ, ਇਹ ਸਹੁੰ ਖਾਧੀ ਹੈ, ਜਾਂ ਕਹਿ ਲਈਏ ਵੀ ਉਸ ਰਾਜੇ ਨੇ ਇਹ ਸੰਕਲਪ ਕੀਤਾ ਹੈ ਜੋ ਮੈਂ ਆਪ ਜੀ ਨੂੰ ਦੱਸਣ ਲੱਗਾ ਹਾਂ। ਬਹੁਤ ਪ੍ਰਾਤ ਕੋ ਹਾਥੀ ਪੇਲਾ। ਉਹਨਾਂ ਨੇ ਸਲਾਹ ਇਹ ਕੀਤੀ ਹੈ ਵੀ ਕੱਲ ਨੂੰ ਹਾਥੀ ਲੈ ਕੇ ਉਹਨਾਂ ਨੇ ਆਉਣਾ ਹੈ ਤੁਹਾਡਾ ਕਿਲਾ ਢਾਉਣ ਵਾਸਤੇ। ਦਲ ਕੇ ਸਕਲ ਸੁਬਟ ਸੰਗ ਮੇਲੋ। ਤੇ ਇਹਨਾਂ ਨੇ ਸਲਾਹ ਕੀਤੀ ਹੈ ਵੀ ਹਾਥੀ ਦੇ ਮਗਰ 3 ਲੱਖ ਦੀ ਫੌਜ ਹੋਵੇਗੀ।
ਅੱਗੇ ਅੱਗੇ ਹਾਥੀ ਚਲਾਇਆ ਜਾਵੇਗਾ। ਇਸ ਤਰ੍ਹਾਂ ਤੁਹਾਡੇ ਕਿਲੇ ਦੇ ਉੱਪਰ ਹਮਲਾ ਕਰਨਾ ਹੈ। द्वार लोहगढ़ को तुड़वाओ। ਮਹਾਰਾਜ ਜੀਓ, ਲੋਹਗੜ੍ਹ ਦਾ ਜਿਹੜਾ ਕਿਲਾ ਹੈ ਉਹਦਾ ਦਰਵਾਜ਼ਾ ਹਾਥੀ ਦੇ ਕੋਲੋਂ ਤੋੜਿਆ ਜਾਏਗਾ, ਤੁੜਵਾਇਆ ਜਾਏਗਾ। ਗੁਰਮੁਖੋ, ਜਾਣਕਾਰੀ ਵਾਸਤੇ ਅਨੰਦਪੁਰ ਸਾਹਿਬ ਦੇ ਵਿੱਚ 5 ਕਿਲੇ ਬਣਾਏ ਮਹਾਰਾਜ ਜੀਆਂ ਨੇ। 5 ਕਿਲਿਆਂ ਵਿੱਚੋਂ ਇੱਕ ਲੋਹਗੜ੍ਹ ਦਾ ਵੀ ਕਿਲਾ ਹੈ। ਵਿਚਾਰ ਇਹ ਹੈ ਵੀ ਇਸ ਕਿਲੇ ਦਾ ਦਰਵਾਜ਼ਾ ਤੋੜ ਕੇ ਕਿਲੇ ਨੂੰ ਜਿੱਤੀਏ ਤੇ ਫਿਰ ਅਨੰਦਪੁਰ ਸਾਹਿਬ ਤੇ ਕਬਜ਼ਾ ਕਰੀਏ। ਇਸ ਕਰਕੇ ਉਹਨਾਂ ਨੇ ਇੱਕ ਵੱਡਾ ਹਾਥੀ ਤਿਆਰ ਕੀਤਾ ਹੈ। नत राजन मह मुख ना दिखाऊं। ਕੇਸਰੀ ਚੰਦ ਰਾਜੇ ਨੇ ਇਹ ਸਹੁੰ ਖਾਧੀ ਹੈ ਵੀ ਜੇ ਮੈਂ ਕੱਲ ਨੂੰ ਕਿਲਾ ਨਾ ਜਿੱਤ ਸਕਿਆ ਤੇ ਮੈਂ ਕਦੇ ਵੀ ਆਪਣਾ ਮੂੰਹ ਨਹੀਂ ਵਿਖਾਵਾਂਗਾ ਔਰ ਮੈਂ ਆਪਣੇ ਬਾਪ ਦਾ ਪੁੱਤਰ ਨਹੀਂ ਹੋਵਾਂਗਾ, ਮੈਂ ਜੰਗਲ ਵਿੱਚ ਚਲਾ ਜਾਵਾਂਗਾ। ਇਹ ਉਸਨੇ ਮਹਾਰਾਜ ਬੜੀ ਭਿਆਨਕ ਸਹੁੰ ਖਾ ਲਈ कीरा ਹੈ। देहो शोरपुर कीरा। ਮਹਾਰਾਜ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਘੇਰਾ ਛੱਡ ਦਿੱਤਾ ਹੈ। पर है लोहगढ़ जंग वडेरा। ਸਤਿਗੁਰੂ ਜੀ, ਆਪਣੇ ਕੋਲ ਅੱਜ ਦਾ ਹੀ ਦਿਨ ਹੈ। ਬਸ ਰਾਤ ਲੰਘਦੀ ਗਈ ਹੈ ਤੇ ਕੱਲ ਨੂੰ ਸਵੇਰੇ ਤੁਹਾਡੇ ਕਿਲੇ ਦੇ ਉੱਪਰ ਹਮਲਾ ਹੋ ਜਾਣਾ ਹੈ। ਹਾਥੀ ਨੇ ਟੱਕਰ ਮਾਰ ਕੇ ਦਰਵਾਜ਼ਾ ਭੰਨਣਾ ਹੈ ਤੇ ਪਹਾੜੀਆਂ ਦੀ ਫੌਜ ਨੇ ਕਿਲੇ ਤੇ ਕਬਜ਼ਾ ਕਰ ਬੈਠਣਾ ਹੈ। ਮਹਾਰਾਜ, ਆਪਣੇ ਕੋਲ ਅੱਜ ਦਾ ਹੀ ਸਮਾਂ ਹੈ, ਆਪ ਜੀ ਤਿਆਰੀ ਕਰਨਾ ਕਰੋ। तुम समरथ चाहो तिम करो। ਇਹ ਸੂਈਆ ਕਹਿ ਰਿਹਾ ਹੈ, ਗੁਪਤਚਰ ਕਹਿਣ ਲੱਗਾ, ਮਹਾਰਾਜ ਆਪ ਉਹ ਸਮਰੱਥ, ਜੋ ਤੁਸੀਂ ਚਾਹੋ ਉਹ ਤੁਸੀਂ ਕਰ ਸਕਦੇ ਹੋ। कीर्ति ते कुंचर को दरहो। ਮਹਾਰਾਜ, ਜੇ ਤੁਸੀਂ ਚਾਹੋ ਨਾ ਤੇ ਤੁਹਾਡੀ ਇੱਕ ਕੀੜੀ ਵੀ ਏਡੇ ਵੱਡੇ ਹਾਥੀ ਨੂੰ ਮਸਲ ਕੇ ਰੱਖ ਸਕਦੀ ਹੈ, ਜੇ ਤੁਹਾਡੀ ਕਿਰਪਾ ਹੋਵੇ। ਹਾਥੀ ਭਾਵੇਂ ਬੜਾ ਵੱਡਾ ਹੈ, ਬੜੇ ਬਲ ਵਾਲਾ ਹੈ, ਪਰ ਜੇ ਤੁਸੀਂ ਕੀੜੀ ਵਿੱਚ ਵੀ ਆਪਣਾ ਥਾਪੜਾ ਬਖਸ਼ਿਸ਼ ਕਰ ਦੇਵੋ ਨਾ, ਮਿਹਰ ਕਰ ਦੇਵੋ, ਤੇ ਕੀੜੀ ਵੀ ਹਾਥੀ ਨੂੰ ਢਾਹ ਸਕਦੀ ਹੈ। ਗੁਰਬਾਣੀ ਦਾ ਮਹਾਵਾਕ ਹੈ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੈ। स्वाहा। ਜਿਹੜੇ ਕੀੜਿਆਂ ਦੇ ਵਾਂਗ ਨਿਮਾਣੇ ਨਤਾਣੇ ਕਮਜ਼ੋਰ ਨੇ, ਮਹਾਰਾਜ ਤੁਹਾਡੀ ਬਖਸ਼ਿਸ਼ ਹੋਵੇ ਤੇ ਵੱਡੀਆਂ ਵੱਡੀਆਂ ਫੌਜਾਂ ਨੂੰ ਗਰਕ ਕਰ ਦੇਣ। ਸਤਿਗੁਰੂ, ਹੁਣ ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਕਰ ਸਕਦੇ ਹੋ। तऊ विचारो गज को आवन। ਮਹਾਰਾਜ, ਪਰ ਇੱਕ ਗੱਲ ਜ਼ਰੂਰ ਹੈ, ਬੰਦੇ ਨਾਲ ਤੇ ਬੰਦਾ ਲੜ ਸਕਦਾ ਹੈ, ਪਰ ਹਾਥੀ ਨਾਲ ਲੜਨਾ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ, ਹਾਥੀ ਦਾ ਆਉਣਾ ਨਿੱਕੀ ਗੱਲ ਨਹੀਂ ਹੈ। ਹਾਥੀ ਦਾ ਆਉਣਾ ਇੱਕ ਬੜੀ ਵੱਡੀ ਸੰਕਟ ਵਾਲੀ ਗੱਲ ਹੈ। इसको चाहियत जतन बतावन। ਸਤਿਗੁਰੂ ਜੀ, ਆਪਾਂ ਨੂੰ ਯਤਨ ਕਰਨਾ ਚਾਹੀਦਾ ਵੀ ਹਾਥੀ ਜਿਹੜਾ ਕਿਲੇ ਤੱਕ ਨਾ ਪਹੁੰਚੇ, ਤੇ ਜਾਂ ਫਿਰ ਆਪਾਂ ਨੂੰ ਵੀ ਕੋਈ ਹਾਥੀ ਲੱਭਣਾ ਚਾਹੀਦਾ ਜਿਹੜਾ ਹਾਥੀ ਨਾਲ ਹਾਥੀ ਲੜੇ। ਆਪਾਂ ਨੂੰ ਉਸ ਹਾਥੀ ਦਾ ਬੰਦੋਬਸਤ ਕਰਨਾ ਚਾਹੀਦਾ ਹੈ। नत द्वारे को मस्तक मारे। ਨਹੀਂ ਤੇ ਮਹਾਰਾਜ, ਉਹ ਹਾਥੀ ਨੇ ਸ਼ਰਾਬ ਬੜੀ ਪੀ ਲਈ ਹੈ, ਅੰਨਾ ਹੋਇਆ ਹਾਥੀ, ਪਾਗਲ ਹੋਇਆ, ਉਹ ਤੇ ਦਰਵਾਜ਼ੇ ਨੂੰ ਟੱਕਰ ਮਾਰੇਗਾ। ਤੇ ਮਹਾਰਾਜ, ਇਹ ਹਾਥੀ ਟੱਕਰ ਮਾਰੇ ਦਰਵਾਜ਼ੇ ਨੂੰ ਤੇ ਉਹਨੇ ਤੇ ਝਾਟੀ ਤੋੜ ਕੇ ਪਰੇ ਕਰ ਦੇਣਾ ਹੈ। ਐਸਾ ਹਾਥੀ ਤੇ ਉਹਦਾ ਪ੍ਰਬੰਧ ਕਰਨਾ ਕਰੀਏ। गाडे बड़े कपाट उखारे। ਮਹਾਰਾਜ, ਬੜੇ ਬੜੇ ਵੱਡੇ ਦਰਵਾਜ਼ੇ ਭਾਵੇਂ ਲੱਗੇ ਨੇ, ਪਰ ਹਾਥੀ ਦੇ ਸਾਹਮਣੇ ਆਪਣੇ ਦਰਵਾਜ਼ੇ ਟਿਕਨੇ ਨਹੀਂ ਹਨ। महाबली है मस्त सदाई। ਸਤਿਗੁਰੂ ਪਾਤਸ਼ਾਹ ਜੀ, ਇਹ ਹਾਥੀ ਬੜਾ ਵੱਡਾ ਹੀ ਬਲ ਵਾਲਾ, ਔਰ ਦੂਜੀ ਗੱਲ ਹੈ ਵੀ ਉਹਨੂੰ ਸ਼ਰਾਬ ਪਿਆ ਕੇ ਕਮਲਾ ਕਰ ਲਿਆ ਹੈ। ਹੁਣ ਉਹਦੇ ਵਿੱਚ ਜ਼ੋਰ ਹੋਰ ਵੀ ਜ਼ਿਆਦਾ ਵੱਧ ਗਿਆ ਹੈ, ਇਸ ਕਰਕੇ ਉਹਦਾ ਪ੍ਰਬੰਧ ਕਰਨਾ ਕਰੋ। दृढ़ तर टक्कर मार गिराई। ਉਹ ਹਾਥੀ ਇੰਨੇ ਜ਼ੋਰ ਵਾਲਾ ਹੈ, ਜੇ ਵੱਡਾ ਰੁੱਖ ਵੀ ਜੜ੍ਹਾਂ ਦੇ ਸਮੇਤ ਹੋਵੇ ਤੇ ਟੱਕਰ ਮਾਰ ਕੇ ਰੁੱਖ ਪੱਟ ਸਕਦਾ ਹੈ। ਜਿਹੜਾ ਰੁੱਖ ਦੀਆਂ ਜੜ੍ਹਾਂ ਦੇ ਸਮੇਤ ਰੁੱਖ ਪੱਟ ਸਕਦਾ, ਮਹਾਰਾਜ, ਉਹਦੇ ਅੱਗੇ ਕਿਲੇ ਦਾ ਦਰਵਾਜ਼ਾ ਕਿੱਥੇ ਟਿਕੇਗਾ। ਇਹਦਾ ਪ੍ਰਬੰਧ ਕਰਨਾ ਕਰੋ। सम गज बलवंत न और। ਔਰ ਮੈਂ ਇਹ ਵੀ ਸੁਣਿਆ ਹੈ ਵੀ ਇਸ ਹਾਥੀ ਵਰਗਾ ਹੋਰ ਤਕੜਾ ਹਾਥੀ ਹੈ ਵੀ ਕੋਈ ਨਹੀਂ ਹੈ। ਬੜਾ ਵੱਡੇ ਸਰੀਰ ਦਾ ਹਾਥੀ ਹੈ ਔਰ ਬਹੁਤ ਜ਼ਿਆਦਾ ਉਹਦੇ ਵਿੱਚ ਜ਼ੋਰ ਹੈ। शाहो आद जे निरपतन ठौर। ਭਾਵੇਂ ਬਾਦਸ਼ਾਹ ਔਰੰਗਜ਼ੇਬ ਹੈ ਤੇ ਭਾਵੇਂ ਹੋਰ ਜਿੰਨੇ ਵੀ ਰਾਜੇ ਨੇ, ਇਸ ਟਾਈਮ ਇਸ ਹਾਥੀ ਵਰਗਾ ਕਿਸੇ ਕੋਲ ਹਾਥੀ ਨਹੀਂ ਹੈ। ਜਿਹੜਾ ਹਾਥੀ ਕੱਲ ਨੂੰ ਕਿਲਾ ਢਾਉਣ ਵਾਸਤੇ ਆਉਣਾ ਮਾੜਾ ਮੋਟਾ ਨਹੀਂ ਹੈ ਜਾਂ ਕਮਜ਼ੋਰ ਨਹੀਂ ਹੈ। ਇਸ ਹਾਥੀ ਵਰਗਾ ਅੱਜ ਔਰੰਗਜ਼ੇਬ ਦੀ ਫੌਜ ਵਿੱਚ ਵੀ ਹਾਥੀ ਨਹੀਂ ਹੈ। ਐਡੇ ਬਲ ਵਾਲਾ ਔਰ ਇੰਨੇ ਤਗੜੇ ਸਰੀਰ ਵਾਲਾ ਹੈ। महाराज संध्या अब हुई। ਸਤਿਗੁਰੂ ਜੀ, ਹੁਣ ਤੇ ਸੰਧਿਆ ਪੈ ਗਈ ਹੈ ਨਾ, ਰਾਤ ਪੈਣ ਵਾਲੀ ਸੂਰਜ ਛਿਪਦਾ ਜਾ ਰਿਹਾ ਹੈ। करो जतन निस मह अस्कुई। ਸਤਿਗੁਰੂ ਜੀ, ਰਾਤੋਂ ਰਾਤ ਕਰ ਲਓ ਜੇ ਕੁਝ ਕਰ ਸਕਦੇ ਹੋ। ਰਾਤ ਦਾ ਹੀ ਸਮਾਂ ਹੈ, ਕੱਲ ਨੂੰ ਸਮਾਂ ਨਹੀਂ ਮਿਲੇਗਾ। ਕੱਲ ਨੂੰ ਤੇ ਹਾਥੀ ਨੇ ਟੱਕਰ ਮਾਰ ਹੀ ਦੇਣੀ ਹੈ। ਰਾਤੋਂ ਰਾਤ ਪ੍ਰਬੰਧ ਕਰੀਏ ਜਿਵੇਂ ਹੋ ਸਕਦਾ ਹੈ। जित ते द्वार नहीं गजे आवे। ਸਤਿਗੁਰੂ, ਆਪਾਂ ਨੂੰ ਯਤਨ ਇਹ ਕਰਨਾ ਚਾਹੀਦਾ ਵੀ ਹਾਥੀ ਦਰਵਾਜ਼ੇ ਤੱਕ ਨਾ ਪਹੁੰਚੇ। ਇਹੋ ਜਿਹਾ ਪ੍ਰਬੰਧ ਕਰੀਏ ਵੀ ਹਾਥੀ ਰਾਹ 'ਚ ਹੀ ਕਿਤੇ ਮਰ ਖੱਪ ਜਾਵੇ, ਡਿੱਗ ਪਵੇ, ਭੱਜ ਜਾਵੇ ਜਾਂ ਮਰ ਜਾਵੇ,
ਪਰ ਕਿਲੇ ਦੇ ਦਰਵਾਜ਼ੇ ਤੱਕ ਹਾਥੀ ਪਹੁੰਚਣਾ ਨਹੀਂ ਚਾਹੀਦਾ ਹੈ। ਲਾਖੋਂ ਸੁਭਟ ਪਿਸ਼ਾਰੀ ਧਾਵੈ, ਮਹਾਰਾਜ ਅੱਗੇ ਅੱਗੇ ਹਾਥੀ ਚੱਲੇਗਾ, ਪਿੱਛੇ 2-2.5 ਲੱਖ ਸਿਪਾਹੀ ਉਹਦੇ ਹੋਵੇਗਾ, ਕਿਉਂਕਿ 3 ਲੱਖ ਤੇ ਬੰਦਾ ਲੈ ਕੇ ਆਏ ਨੇ ਪਹਿਲੇ ਦਿਨ। ਉਹਦੇ ਵਿੱਚੋਂ ਕੁਝ ਮਰ ਵੀ ਗਏ ਨੇ, ਕੁਝ ਜ਼ਖਮੀ ਵੀ ਹੋ ਗਏ ਨੇ। ਮੰਨ ਲਓ ਜੇ 50,000 ਜ਼ਖਮੀ ਜਾਂ ਮਰ ਗਿਆ, 2.5 ਲੱਖ ਤੇ ਫਿਰ ਵੀ ਅਜੇ ਨਾਲ ਜਿਉਂਦਾ ਹੈ। ਇੰਨੀ ਵੱਡੀ ਫੌਜ ਲੈ ਕੇ ਉਹਨਾਂ ਨੇ ਹਮਲਾ ਕਰ ਦੇਣਾ ਹੈ। ਸੁਨ ਸਤਿਗੁਰ ਘਟਕਾ ਲਗ ਮੌਨ, ਮਹਾਰਾਜ ਨੇ ਸੁਣੇ ਨਾ ਬਚਨ ਗੁਰਮੁਖੋ, ਤੇ ਸੁਣ ਕੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਕਰ ਗਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਧਾ ਘੰਟਾ ਮਹਾਰਾਜ ਚੁੱਪ ਕੀਤੇ ਰਹੇ, ਬੋਲੇ ਨਹੀਂ ਕੁਝ ਵੀ, ਚੁੱਪ ਕਰਕੇ ਬੈਠੇ ਰਹੇ। ਸਾਰੀ ਸੰਗਤ ਮਹਾਰਾਜ ਦਾ ਮੁਖ ਵੇਖਦੀ ਪਈ ਹੈ। ਖਾਲਸਾ ਬੈਠਾ ਹੋਇਆ ਦਰਬਾਰ ਵਿੱਚ ਵੀ ਮਹਾਰਾਜ ਚੁੱਪ ਕਰ ਗਏ, ਬੋਲੇ ਨਹੀਂ। ਅੱਧਾ ਘੰਟਾ ਮਹਾਰਾਜ ਆਪਣੇ ਮੁਖ ਤੋਂ ਚੁੱਪ ਕਰਕੇ ਬੈਠੇ ਹਨ। ਜਿਨ ਕੇ ਮਨ ਕਿਸਕੇ ਕਬ ਭੌਨ, ਗੁਰਮੁਖੋ ਮਹਾਰਾਜ ਜੀਆਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਇਹ ਮਤਾ ਸਮਝ ਲਿਓ ਵੀ ਮਹਾਰਾਜ ਡਰ ਕੇ ਚੁੱਪ ਕਰ ਗਏ, ਨਹੀਂ, ਡਰੇ ਨਹੀਂ। ਡਰ ਉਹਨਾਂ ਦੇ ਮਨ ਵਿੱਚ ਹੈ ਹੀ ਨਹੀਂ ਹੈ। ਚਿੰਤ ਮਾਨ ਸਗਰੇ ਹੋਏ ਗਏ, ਸਾਰੇ ਜਿੰਨੇ ਬੈਠੇ ਦਰਬਾਰ ਵਿੱਚ, ਜਿਵੇਂ ਆਪਾਂ ਬੈਠੇ ਆ ਨਾ, ਇਸੇ ਤਰ੍ਹਾਂ ਮਹਾਰਾਜ ਦੀ ਫੌਜ ਬੈਠੀ ਹੋਈ, ਸੂਰਮੇ ਬੈਠੇ ਹੋਏ। ਸਾਰਿਆਂ ਦੇ ਮਨ ਵਿੱਚ ਚਿੰਤਾ ਹੈ ਵੀ ਮਹਾਰਾਜ ਚੁੱਪ ਕਰ ਗਏ, ਕੱਲ ਨੂੰ ਹਾਥੀ ਨਾਲ ਕੀ ਬਣੇਗਾ। ਸਾਰਿਆਂ ਦੇ ਮਨ ਵਿੱਚ ਬੜੀ ਚਿੰਤਾ ਹੈ। ਫੀਲ ਬਲੀ ਬੜ ਜਾਣਤ ਭਏ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਾਥੀ ਬੜਾ ਵੱਡਾ ਹੈ, ਉਹਦਾ ਆਕਾਰ ਬੜਾ ਵੱਡਾ ਹੈ, ਉਹਦੇ ਵਿੱਚ ਜ਼ੋਰ ਬਹੁਤਾ ਡਾਢਾ ਹੈ। ਐਸੇ ਹਾਥੀ ਦਾ ਕੀ ਇੰਤਜ਼ਾਮ ਕਰਨਾ ਕਰਾਂਗੇ। ਗੁਰ ਕਰੁਣਾ ਬਿਨ ਅਰੈ ਨਾ ਕੋਈ, ਇਹ ਵੀ ਸਿੱਖਾਂ ਨੂੰ ਪਤਾ ਵੀ ਜਿੰਨਾ ਚਿਰ ਮਹਾਰਾਜ ਨੇ ਕਿਰਪਾ ਨਾ ਕੀਤੀ, ਹਾਥੀ ਦੇ ਸਾਹਮਣੇ ਖੜਿਆ ਨਹੀਂ ਜਾਣਾ। ਗੁਰਮੁਖੋ ਘਰੇ ਬੈਠਿਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਪਰ ਹਾਥੀ ਦਾ ਸਾਹਮਣਾ ਕਰਨਾ ਨਿੱਕੀ ਗੱਲ ਨਹੀਂ ਹੈ। ਜਿੰਨਾ ਚਿਰ ਗੁਰੂ ਨੇ ਬਖਸ਼ਿਸ਼ ਨਾ ਕੀਤੀ, ਉਹਨਾਂ ਚਿਰ ਹਾਥੀ ਦੇ ਸਾਹਮਣੇ ਖੜਨਾ ਮੁਸ਼ਕਲ ਹੈ। ਸ਼ਸਤਰ ਘਾਵ ਜਿਸਕੇ ਨ ਹੋਈ, ਕਿਉਂਕਿ ਗੁਰਮੁਖੋ ਹਾਥੀ ਨੂੰ ਕਿਸੇ ਸ਼ਸਤਰ ਨਾਲ ਨਹੀਂ ਮਾਰਿਆ ਜਾ ਸਕਦਾ। ਹਾਥੀ ਦਾ ਮਾਸ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, ਜੇ ਤੁਸੀਂ ਵਰਸ਼ਾ ਮਾਰ ਵੀ ਦੇਵੋਗੇ, ਤਲਵਾਰ ਮਾਰ ਵੀ ਦੇਵੋਗੇ, ਉਹਦਾ ਜ਼ਖਮ ਫਿਰ ਉਸੇ ਤਰ੍ਹਾਂ ਬੰਦ ਹੋ ਜਾਂਦਾ ਹੈ। ਕਿਸੇ ਵਰਸ਼ੇ ਨਾਲ, ਕਿਸੇ ਤਲਵਾਰ ਦੇ ਨਾਲ, ਇੱਥੋਂ ਤੱਕ ਜੇ ਗੋਲੀ ਵੀ ਟਿਕਾਣੇ ਤੇ ਨਾ ਵੱਜੇ ਤੇ ਗੋਲੀ ਨਾਲ ਵੀ ਉਹ ਮਰਦਾ ਨਹੀਂ ਹੈ। ਇਸ ਤਰ੍ਹਾਂ ਦਾ ਉਹਦਾ ਮਾਸ ਐਡਾ ਵੱਡਾ ਆਕਾਰ ਹੈ। ਕਹਿਣ ਲੱਗੇ ਵੀ ਐਸੇ ਹਾਥੀ ਨੂੰ ਮਾਰਨਾ ਇਹ ਤੇ ਬੜੀ ਮੁਸ਼ਕਲ ਗੱਲ ਹੈ। ਲੋਹੇ ਸੰਗ ਮੜਿਓ ਤਨ ਜੋਏ, ਇਹ ਵੀ ਖਬਰ ਮਿਲੀ ਹੈ ਵੀ ਜਿੱਥੇ ਹਾਥੀ ਨੇ ਮਰਨਾ ਹੈ ਨਾ, ਜਿੱਥੇ ਜਿੱਥੇ ਵਿਦਵਾਨ ਕਹਿੰਦੇ ਨੇ ਵੀ ਹਾਥੀ ਦੇ ਮੱਥੇ ਵਿੱਚ ਗੋਲੀ ਵੱਜੇ ਤੇ ਤਾਂ ਮਰਦਾ ਹੈ। ਹੁਣ ਰਾਜਿਆਂ ਨੂੰ ਵੀ ਪਤਾ ਹੈ ਵੀ ਹਾਥੀ ਨੂੰ ਮਾਰਨ ਵਾਸਤੇ ਜਿੱਥੇ ਮਰਨਾ ਇਹਨਾਂ ਨੇ ਉੱਥੇ ਹੀ ਹਮਲਾ ਕਰਨਾ ਹੈ। ਉਹਨਾਂ ਨੇ ਹਾਥੀ ਦੇ ਮੱਥੇ ਦੇ ਉੱਪਰ ਲੋਹੇ ਦੇ 7-7 ਤਵੇ, ਮੋਟੇ ਤਵੇ ਬੰਨ੍ਹ ਦਿੱਤੇ। ਨਾ ਤਵੇ ਦੇ ਵਿੱਚ ਕੁਝ ਵੱਜੇ ਤੇ ਨਾ ਹਾਥੀ ਨੂੰ ਕੁਝ ਹੋਵੇ। ਸਾਰੇ ਹਾਥੀ ਨੂੰ ਲੋਹੇ ਦੇ ਨਾਲ ਮੜ ਦਿੱਤਾ। ਲੋਹੇ ਦੀ ਵਰਦੀ ਹਾਥੀ ਨੂੰ ਪਵਾ ਦਿੱਤੀ, ਕਿਸੇ ਪਾਸੇ ਇਹਨੂੰ ਕੋਈ ਤੀਰ ਨਾ ਵੱਜੇ, ਕਿਸੇ ਪਾਸੇ ਡੰਡਾ ਸੋਟਾ ਵੱਜੇ ਹੀ ਨਾ। ਇਸ ਤਰ੍ਹਾਂ ਹਾਥੀ ਨੂੰ ਤਿਆਰ ਕੀਤਾ ਹੈ। ਹਾਂ ਘਾਵ ਕੋ ਜਾਣੈ ਸੋਏ, ਤੇ ਮਹਾਰਾਜ ਜੇ ਹਾਥੀ ਉਹਨਾਂ ਨੇ ਇਸ ਤਰ੍ਹਾਂ ਲੋਹੇ ਦੇ ਨਾਲ 4 ਚਫੇਰਿਓਂ ਬੰਨ੍ਹ ਲਿਆ, ਤੇ ਫਿਰ ਮਹਾਰਾਜ ਆਪਾਂ ਹਮਲਾ ਕਿਵੇਂ ਕਰਾਂਗੇ। ਫਿਰੇ ਸਿੰਘ ਗੁਰ ਕੇ ਚੌਫੇਰੇ, ਸਤਿਗੁਰਾਂ ਦੇ 4 ਚਫੇਰੇ ਮਹਾਰਾਜ ਦੇ ਸਿੱਖ ਬੈਠੇ ਹੋਏ ਹਨ। ਕਹੈ ਕਹਾਂ ਸਗਰੇ ਮੁਖ ਹੀਰੇ, ਸਾਰੇ ਵੇਖਦੇ ਪਏ ਮਹਾਰਾਜ ਕਦੋਂ ਬੋਲਣਗੇ। ਉਡੀਕਦਿਆਂ ਉਡੀਕਦਿਆਂ ਅੱਧਾ ਘੰਟਾ ਹੋ ਗਿਆ। ਅੱਧਾ ਘੰਟਾ ਮਹਾਰਾਜ ਚੁੱਪ ਕਰਕੇ ਬੈਠੇ, ਤੇ ਸਾਰੇ ਖਾਲਸੇ ਦਾ ਧਿਆਨ ਮਹਾਰਾਜ ਵੱਲ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਕੁਝ ਕਹਿਣ, ਕੁਝ ਆਪਣੇ ਮੁਖ ਤੋਂ ਹੁਕਮ ਕਰਨਾ ਕਰਨ। ਚਿਤੋ ਹੈ ਦੀਰਘ ਏਵ ਉਪਾਏ, ਪਰ ਗੁਰਮੁਖੋ ਮਹਾਰਾਜ ਤੇ ਉਪਾਅ ਸੋਚਦੇ ਪਏ ਵੀ ਕਰਨਾ ਕੀ ਹੈ ਹਾਥੀ ਦਾ। ਮਹਾਰਾਜ ਵੱਡਾ ਕੋਈ ਉਹਦਾ ਯਤਨ ਲੱਭਦੇ ਪਏ ਹਨ, ਜਿਸ ਤੇ ਦੁਰਦ ਨਿਵਾਰਿਓ ਜਾਏ, ਜਿਸ ਕਰਕੇ ਇਹ ਜਿਹੜਾ ਦੁਰਦ ਹਾਥੀ ਹੈ ਮਾਰਿਆ ਜਾਵੇ ਜਾਂ ਭਜਾਇਆ ਜਾਵੇ, ਉਹਦੇ ਬਾਰੇ ਮਹਾਰਾਜ ਸੋਚਦੇ ਹਨ। ਦੁਨੀ ਚੰਦ ਇਤਨੇ ਮਹਿ ਆਇਓ, ਗੁਰਮੁਖੋ ਅਜੇ ਮਹਾਰਾਜ ਸੋਚਦੇ ਪਏ ਸੀ ਵੀ ਕਰਨਾ ਕੀ ਹੈ। ਨੇਤਰ ਬੰਦ ਮਹਾਰਾਜ ਚੁੱਪ ਕਰਕੇ ਬੈਠੇ, ਸੰਗਤ ਬੈਠੀ ਹੋਈ ਹੈ। ਇੰਨੇ ਚਿਰ ਨੂੰ ਮਹਾਰਾਜ ਦਾ ਇੱਕ ਵੱਡਾ ਮਸੰਦ, ਨਾਮ ਹੈ ਦੁਨੀ ਚੰਦ। ਇਹਨੂੰ ਇਹ ਨਹੀਂ ਪਤਾ ਵੀ ਦਰਬਾਰ ਵਿੱਚ ਕੀ ਗੱਲ ਹੁੰਦੀ ਪਈ ਹੈ, ਇਹਦੇ ਬਾਹਰ ਕਿਤੇ ਕੰਮ ਲੱਗਾ ਹੋਇਆ। ਇਹਨੇ ਸੋਚਿਆ ਵੀ ਮਹਾਰਾਜ ਦੇ ਦਰਸ਼ਨ ਕਰਾਂ। ਇੰਨੇ ਚਿਰ ਨੂੰ ਦੁਨੀ ਚੰਦ ਮਸੰਦ ਕਹਿੰਦੇ ਦਰਬਾਰ ਦੇ ਅੱਗੇ ਆ ਗਿਆ, ਦਰਬਾਰ ਦੇ ਅੰਦਰ ਆ ਗਿਆ। ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਹੱਥ ਜੋੜੇ, ਇਹ ਆਪਣੇ ਵੱਲੋਂ ਮੱਥਾ ਟੇਕਣ ਵਾਸਤੇ ਆਇਆ ਹੈ। ਦੁਨੀ ਚੰਦ ਮਸੰਦ ਕਹਿੰਦੇ ਅੰਦਰ ਉਸ ਵੇਲੇ ਆ ਗਿਆ ਹੈ। ਲੰਬੋ ਦਰ ਤਬ ਥੂਲ ਦਸਾਇਓ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹਦਾ ਬੜਾ ਵੱਡਾ ਪੇਟ ਸੀ, ਇਹਦਾ ਢਿੱਡ ਬੜਾ ਵੱਡਾ ਸੀ ਦੁਨੀ ਚੰਦ ਦਾ, ਬੜਾ ਮੋਟਾ।
ਤੇ ਪੇਟ ਅੱਗੇ ਨੂੰ ਲਮਕਿਆ ਹੋਇਆ, ਡਿੱਗਿਆ ਹੋਇਆ, ਢਲਿਆ ਹੋਇਆ ਇਹਦਾ ਪੇਟ, ਬੜੇ ਮੋਟੇ ਆਕਾਰ ਦਾ ਇਹ ਮਸੰਦ ਹੈ, ਮਹਾਰਾਜ ਦੇ ਸਾਹਮਣੇ ਖਲੋਤਾ ਹੈ। ਵੱਡੇ ਜ਼ੁਗਮ ਭੁਜ ਦੰਡ ਪ੍ਰਚੰਡੇ। ਗੁਰਮੁਖੋ ਜੇ ਮੋਟਾ ਹੈ, ਕੱਲਾ ਢੇਡੀ ਥੋੜਾ ਮੋਟਾ ਹੈ, ਤੇ ਡੌਲੇ ਵੀ ਬੜੇ ਬੜੇ ਵੱਡੇ, ਮੋਟੇ ਮੋਟੇ ਡੌਲੇ, ਵੱਡੇ ਵੱਡੇ ਮੋਟਿਆਂ ਡੌਲਿਆਂ ਵਾਲਾ ਇਹ ਮਸੰਦ ਹੈ। ਤਿਮ ਛਾਤੀ ਆਯੁਤ ਬਰ ਬੰਡੇ। ਤੇ ਗੁਰਮੁਖੋ ਛਾਤੀ ਇਹਦੀ ਬੜੀ ਚੌੜੀ ਹੈ, ਐਸੀ ਚੌੜੀ ਛਾਤੀ ਔਰ ਬਹੁਤ ਜ਼ਿਆਦਾ ਬਲ ਵਾਲਾ ਹੈ। ਦੀਰਘ ਬਦਨ ਸ਼ਮਸ ਬੜ ਸੇਤ। ਅਤੇ ਇਸੇ ਤਰ੍ਹਾਂ ਇਹਦਾ ਮੂੰਹ ਬੜਾ ਚੌੜਾ ਹੈ, ਤੇ ਜਿਹੜਾ ਇਹਦਾ ਸ਼ਮਸ਼ ਦਾੜਾ ਹੈ ਨਾ ਗੁਰਮੁਖੋ, ਉਹ ਵੀ ਅੱਧਾ ਕੁ ਚਿੱਟਾ ਤੇ ਅੱਧਾ ਕੁ ਕਾਲਾ ਹੈ। 45 ਕੁ ਸਾਲ ਦੀ ਉਮਰ ਦਾ ਇਹ ਮਸੰਦ ਹੈ ਜਿਹੜਾ ਮਹਾਰਾਜ ਦੇ ਸਾਹਮਣੇ ਆਇਆ ਹੈ। ਘਟ ਕਸ ਧੋਤੀ ਬਨਿਓ ਸੁੱਚੇ। ਇਹਨੇ ਆਪਣੇ ਲੱਕ ਦੇ ਨਾਲ ਧੋਤੀ ਬੱਧੀ ਹੋਈ ਹੈ, ਧੋਤੀ ਪਹਿਨਦਾ ਸੀ ਇਹ ਮਸੰਦ, ਦੁਨੀ ਚੰਦ, ਚਿੱਟੇ ਰੰਗ ਦੀ ਧੋਤੀ ਇਹਨੇ ਬੜੀ ਕੱਸ ਕੇ ਲੱਕ ਦੇ ਨਾਲ ਬੱਧੀ ਹੋਈ ਹੈ। ਸੁਣ ਕਰ ਭੋਰ ਹੋਏ ਹੈ ਹੇਲਾ। ਜਦੋਂ ਇਹਨੇ ਸੁਣਿਆ ਨਾ ਵੀ ਕੱਲ ਨੂੰ ਹਮਲਾ ਹੋਣਾ, ਇਹਨੂੰ ਪਤਾ ਕਿਸੇ ਤੋਂ ਲੱਗਾ ਬਾਹਰੋਂ ਵੀ ਕੱਲ ਨੂੰ ਹਮਲਾ ਹੋਣਾ ਹੈ। ਮਸਤ ਮਤੰਗ ਅਗਰ ਦੇ ਪੇਲਾ। ਅਤੇ ਵੱਡੇ ਮਸੰਦ ਹਾਥੀ ਨੂੰ ਧੱਕਣ ਦਾ ਯਤਨ ਉਸ ਵੇਲੇ ਸੁਣਨ ਵਾਸਤੇ ਜਤਨ ਬਨਾਵਨ ਸੁਨਵੇ ਕਰ। ਇਹ ਆਇਆ ਮਹਾਰਾਜ ਦੇ ਕੋਲ, ਆਇਆ ਤਾਂ ਸੀ ਵੀ ਕੱਲ ਨੂੰ ਹਾਥੀ ਨੇ ਹਮਲਾ ਕਰਨਾ, ਤੇ ਮੈਂ ਮਹਾਰਾਜ ਕੋਲੋਂ ਜਾ ਕੇ ਸੁਣਾ ਵੀ ਮਹਾਰਾਜ ਭਲਾ ਕੀ ਕਹਿਣਗੇ, ਕੱਲ ਨੂੰ ਹਾਥੀ ਦਾ ਮੁਕਾਬਲਾ ਕਿਵੇਂ ਹੋਣਾ ਹੈ, ਮਹਾਰਾਜ ਕੀ ਯੋਜਨਾ ਬਣਾਉਂਦੇ, ਮੈਂ ਸੁਣਾ ਜਾ ਕੇ। ਕਈਆਂ ਬੰਦਿਆਂ ਨੂੰ ਸੁਣਨ ਦਾ ਬੜਾ ਚਸਕਾ ਹੁੰਦਾ ਨਾ, ਜਾ ਕੇ ਕੰਨ ਲਾ ਕੇ ਖੜ ਜਾਣਗੇ ਵੀ ਕੀ ਗੱਲ ਹੁੰਦੀ ਹੈ, ਲੈਣਾ ਦੇਣਾ ਭਾਵੇਂ ਕੁਝ ਨਾ ਹੋਵੇ। ਇਹਦਾ ਚਸਕਾ ਹੀ ਹੈ ਵੀ ਮਹਾਰਾਜ ਕੀ ਸਲਾਹ ਕਰਦੇ, ਮੈਂ ਸੁਣਾ। ਆਇਆ ਤੇ ਸੁਣਨ ਵਾਸਤੇ, ਤਾਂ ਮਹਾਰਾਜ ਦੇ ਕੋਲ ਪਹੁੰਚਿਆ ਹੈ। ਆਇਓ ਪ੍ਰਭ ਕੋ ਕਰਿਓ ਨਿਹਾਰਨ। ਤੇ ਸਤਿਗੁਰੂ ਮਹਾਰਾਜ ਜੀਆਂ ਦੇ ਉਸ ਵੇਲੇ ਇਸਨੇ ਦਰਸ਼ਨ ਕੀਤੇ ਹਨ। ਦੋਨੋਂ ਜੰਗ ਦੀਰਘਾ ਭਾਰੀ। ਕਹਿਣ ਲੱਗੇ ਵੀ ਇਹਦੀਆਂ ਦੋ ਲੱਤਾਂ ਮਸੰਦ ਦੀਆਂ ਬੜੀਆਂ ਮੋਟੀਆਂ, ਇਹਦੀਆਂ ਲੱਤਾਂ ਨਹੀਂ, ਮੰਨ ਲਓ ਵੀ ਹਾਥੀ ਦੀਆਂ ਹੀ ਲੱਤਾਂ ਹੋਣ, ਹਾਥੀ ਦੀਆਂ ਲੱਤਾਂ ਵਾਲਾ ਇਹ ਮਸੰਦ, ਮੋਟੀਆਂ ਮੋਟੀਆਂ ਇਹਦੀਆਂ ਲੱਤਾਂ, ਥਮਲੇ ਦੇ ਵਾਂਗ ਐਸਾ ਵੱਡਾ ਇਹਦਾ ਸਰੀਰ ਹੈ। ਕਰ ਸ਼ਮਸ਼ੇਰ ਵਿਸਾਲੀ ਡਾਰੇ। ਤੇ ਗਲ ਦੇ ਵਿੱਚ ਵੱਡੀ ਚੌੜੀ ਤਲਵਾਰ ਇਸਨੇ ਪਾਈ ਹੋਈ ਹੈ, ਚੌੜੀ ਤਲਵਾਰ ਗਾਤਰੇ ਪਾ ਕੇ ਮਹਾਰਾਜ ਦੇ ਸਾਹਮਣੇ ਖਲੋਤਾ ਹੈ। ਗੁਰ ਸੰਗਤ ਮੈਂ ਨਿਤ ਵਿਚਰੰਤਾ। ਇਹ ਗੁਰੂ ਦੀ ਸੰਗਤ ਵਿੱਚ ਰੋਜ਼ ਵਿਚਰਦਾ ਸੀ, ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਹੈ। ਸਦਾ ਤੇ ਹਾਵਲ ਤੇ ਤ੍ਰਿਪਤੰਤਾ। ਤੇ ਜਦੋਂ ਇਹਨੇ ਲੰਗਰ ਪ੍ਰਸ਼ਾਦਾ ਛਕਣਾ ਨਾ, ਲੰਗਰ ਵਿੱਚ ਬੈਠ ਕੇ, ਤੇ ਲਾਂਗਰੀ ਨੇ ਪ੍ਰਸ਼ਾਦਾ ਛਕਾਈ ਜਾਣਾ, ਲਾਂਗਰੀ ਨੇ ਵੇਖਣਾ ਵੀ ਰੋਟੀਆਂ ਨਾਲ ਨਹੀਂ ਰੱਜਣ ਵਾਲਾ, ਉਹਨੇ ਫਿਰ ਵੱਡੀ ਥਾਲੀ ਕੜਾਹ ਦੀ ਭਰ ਕੇ ਇਹਦੇ ਅੱਗੇ ਰੱਖਣੀ, ਤੇ ਇਹਨੇ ਥਾਲੀ ਕੜਾਹ ਦੀ ਖਾ ਕੇ ਤੇ ਫਿਰ ਇਹਨੇ ਕਹਿਣਾ ਵੀ ਹੁਣ ਰੱਜ ਗਿਆ। ਮਹਾਰਾਜ ਦੇ ਸਾਰਿਆਂ ਸਿੰਘਾਂ ਨੂੰ ਪਤਾ, ਲਾਂਗਰੀ ਜਿਹੜੇ ਲੰਗਰ ਬਣਾਉਣ ਵਾਲੇ ਉਹਨਾਂ ਨੂੰ ਵੀ ਪਤਾ ਵੀ ਰਾਸ਼ਨ ਇਹਦੇ ਵਾਸਤੇ ਜਿੰਨਾ ਮਰਜ਼ੀ ਤਿਆਰ ਕਰ ਲਈਏ ਰੱਜਦਾ ਨਹੀਂ। ਜੇ ਰੱਜਦਾ ਹੈ ਤੇ ਕੜਾਹ ਪ੍ਰਸ਼ਾਦ ਦੀ ਥਾਲੀ ਖਾ ਕੇ, ਪਰਾਤ ਪ੍ਰਸ਼ਾਦ ਦੀ ਖਾ ਕੇ ਤੇ ਫਿਰ ਰੱਜਦਾ। ਇਹਦੇ ਵਾਸਤੇ ਛਕਣ ਵਾਸਤੇ ਪ੍ਰਸ਼ਾਦ ਵੀ ਨਾਲ ਬਣਦਾ ਹੈ। ਗਨ ਸਿੱਖਣ ਪਰ ਹੁਕਮ ਕਰਨ ਤਾ। ਅਤੇ ਗੁਰਮੁਖੋ ਇਹ ਵੱਡਾ ਮਸੰਦ ਸੀ, ਆਪਾਂ ਕਹਿ ਲਈਏ ਜਥੇਦਾਰ ਸੀ ਉਸ ਵੇਲੇ ਦਾ। ਕੰਮ ਇਹਨੇ ਕਰਨਾ ਕੋਈ ਨਾ, ਹੁਕਮ ਇਹਨੇ ਸਾਰਿਆਂ ਤੇ ਚਲਾਉਣਾ। ਉਹ ਫਲਾਣਿਆਂ ਤੂੰ ਇਹ ਕਰ, ਤੂੰ ਇਹ ਕਰ, ਸਾਰਿਆਂ ਦਾ ਮੋਹਤਬਾਰ ਹੈ, ਸਾਰਿਆਂ ਕੋਲੋਂ ਕਹਿ ਕੇ ਕੰਮ ਕਰਵਾਉਂਦਾ ਹੈ। ਗੁਰ ਕੀ ਕਾਰ ਲੇਤ ਧਨਵੰਤਾ। ਕਹਿਣ ਲੱਗੇ ਉਸ ਵੇਲੇ ਗੁਰੂ ਦੀ ਇਹ ਕਾਰ ਭੇਟਾ ਗ੍ਰਾਈ ਜਿਹੜੀ ਹੈ ਸੰਗਤਾਂ ਕੋਲੋਂ ਇਕੱਠੀ ਕਰਦਾ ਹੈ। ਸਾਲੋ ਸੁਤ ਮਸੰਦ ਕੋ ਨੰਦਰ। ਕਹਿਣ ਲੱਗੇ ਇਹ ਜਿਹੜਾ ਭਾਈ ਸ਼ਾਲੋ ਜੀ ਨੇ ਨਾ, ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਬਣਿਆ, ਗੁਰੂ ਘਰ ਬਣਿਆ ਭਾਈ ਸ਼ਾਲੋ ਜੀਆਂ ਦਾ। ਭਾਈ ਸ਼ਾਲੋ ਜੀ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਿੱਖ ਸਨ। ਭਾਈ ਸ਼ਾਲੋ ਜੀ ਨੇ ਆਖਿਆ ਸੀ ਹਰਿਮੰਦਰ ਸਾਹਿਬ ਦੀਆਂ ਲੱਗਣ ਵਾਲੀਆਂ ਇੱਟਾਂ ਜਿਹੜੀਆਂ ਨੇ ਉਹ ਪੱਕੀਆਂ ਕਰਨ ਵਾਸਤੇ ਜਿਹੜੀਆਂ ਬੀਬੀਆਂ ਪਾਥੀਆਂ ਪੱਥ ਕੇ ਲਿਆਉਣਗੀਆਂ ਗੋਹੇ ਦੀਆਂ, ਜਿਹੜਾ ਪਾਥੀ ਲੈ ਕੇ ਆਵੇਗਾ ਉਹਨੂੰ ਇੱਥੋਂ ਪੁੱਤਰ ਦੀ ਦਾਤ ਮਿਲੇਗੀ। ਅੱਜ ਵੀ ਭਾਈ ਸ਼ਾਲੋ ਦੇ ਗੁਰੂ ਘਰ ਦੇ ਵਿੱਚ ਪਾਥੀਆਂ ਚੜ੍ਹਦੀਆਂ ਸੰਗਤ ਵੱਲੋਂ। ਇਹ ਐਸਾ ਕਰਨੀ ਵਾਲਾ ਸਿੱਖ ਸੀ ਭਾਈ ਸ਼ਾਲੋ। ਭਾਈ ਸ਼ਾਲੋ ਜੀਆਂ ਦਾ ਜਿਹੜਾ ਪੁੱਤਰ ਹੈ ਇਹ ਉਹਦਾ ਪੁੱਤਰ ਹੈ ਦੁਨੀ ਚੰਦ। ਆਪਾਂ ਕਹਿ ਲਈਏ ਭਾਈ ਸ਼ਾਲੋ ਜੀ ਦਾ ਪੋਤਰਾ ਹੈ। ਭਾਈ ਸ਼ਾਲੋ ਜੀ ਤੇ ਬ੍ਰਹਮ ਗਿਆਨੀ ਸਿੱਖ ਸਨ, ਪਰ ਇਹ ਅੱਗੇ ਉਹਨਾਂ ਦਾ ਪੋਤਰਾ ਹੈ, ਬੜਾ ਵੱਡਾ ਮਸੰਦ ਹੈ। ਜਿਨ ਕੋ ਕਰੇ ਹਜ਼ਾਰੋਂ ਬੰਦਨ। ਹਜ਼ਾਰਾਂ ਲੋਕ ਇਹਨਾਂ ਨੂੰ ਮੱਥਾ ਟੇਕਦੇ ਹਨ। ਨਿਤ ਭੋਗਤ ਸੁਖ ਰਹਿਓ ਕਨੇਰੇ। ਅਤੇ ਰੋਜ਼ ਹੀ ਸੁਖ ਪਾਉਂਦਾ ਹੈ। ਸ਼੍ਰੀ ਅੰਮ੍ਰਿਤਸਰ ਬਾਸ ਵਡੇਰੇ। ਅਤੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣਾ ਵਾਸਾ ਰੱਖਿਆ ਹੋਇਆ ਹੈ। ਆਵਦ ਕੋ ਅਵਲੋਕ ਕਿਰਪਾਲਾ। ਸਤਿਗੁਰਾਂ ਦੇ ਸਾਹਮਣੇ ਮਸੰਦ ਖੜ ਗਿਆ। ਮਹਾਰਾਜ ਨੇ ਨੇਤਰ ਬੰਦ ਕੀਤੇ। ਅੱਧੇ ਘੰਟੇ ਬਾਅਦ ਜਦੋਂ ਮਹਾਰਾਜ ਨੇ ਅੱਖਾਂ ਖੋਲੀਆਂ
ਤੇ ਸਾਹਮਣੇ ਮਸੰਦ ਦੁਨੀ ਚੰਦ ਖਲੋਤਾ, ਮੋਟੀਆਂ ਲੱਤਾਂ ਹਾਥੀ ਵਰਗੀਆਂ, ਮੋਟਾ ਢਿੱਡ, ਮੋਟੇ ਮੋਟੇ ਡੌਲੇ, ਵੱਡੀ ਕਿਰਪਾਨ ਇਹਨੇ ਗਲ ਵਿੱਚ ਪਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰ ਖੁੱਲੇ ਤੇ ਸਾਹਮਣੇ ਮਸੰਦ ਖਲੋਤਾ ਹੈ। ਮਹਾਰਾਜ ਨੇ ਜਦੋਂ ਮਸੰਦ ਵੱਲ ਵੇਖਿਆ ਹੈ, ਮੁਸਕਾਵਤ ਬੋਲੇ ਤਿਸ ਕਾਲਾ, ਮਹਾਰਾਜ ਦਾ ਹਾਸਾ ਨਿਕਲ ਗਿਆ। ਹੱਸ ਪਏ ਮਹਾਰਾਜ ਵੇਖ ਕੇ। ਹੱਸਦਿਆਂ ਹੱਸਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿਣ ਲੱਗੇ ਹਨ, ਕਿਆ ਰਾਜਨ ਕੋ ਮਸਤ ਮਤੰਗ। ਮਹਾਰਾਜ ਕਹਿਣ ਲੱਗੇ, ਉਹ ਸਿੱਖੋ, ਕਿੱਥੇ ਉਹ ਰਾਜਿਆਂ ਦਾ ਹਾਥੀ ਤੁਸੀਂ ਆਖਦੇ ਹੋ ਬੜਾ ਮਸਤ ਹੈ, ਬੜਾ ਵੱਡਾ ਹੈ, ਬੜਾ ਬਲ ਵਾਲਾ ਹੈ। ਮਸੰਦ ਬਚਨ ਇਹ ਹੈ, ਕਿੱਥੇ ਉਹ ਰਾਜਿਆਂ ਦਾ ਵੱਡਾ ਹਾਥੀ ਜਿਹਦੇ ਤੁਸੀਂ ਇੰਨੇ ਗੁਣਗਾਨ ਕੀਤੇ ਹਨ। ਕਹਾਂ ਅਦਕ ਤਿਸਕੇ ਬਲ ਅੰਗ। ਅਤੇ ਮਹਾਰਾਜ ਕਹਿਣ ਲੱਗੇ, ਆ ਜਿਹੜਾ ਸਾਡੇ ਸਾਹਮਣੇ ਖਲੋਤਾ ਇਹਦੇ ਨਾਲੋਂ ਉਹ ਹਾਥੀ ਤਗੜਾ ਨਹੀਂ ਹੋ ਸਕਦਾ, ਸਾਡਾ ਹਾਥੀ ਉਹਦੇ ਨਾਲੋਂ ਵੀ ਤਗੜਾ ਹੈ। ਨਾਲੇ ਤੇ ਮਹਾਰਾਜ ਨੇ ਵੇਖਿਆ ਦੁਨੀ ਚੰਦ ਦੇ ਵੱਲ, ਨਾਲੇ ਮਹਾਰਾਜ ਮੁਸਕਰਾ ਪਏ, ਬਖਸ਼ਿਸ਼ ਕਰਦੇ ਪਏ ਨਾ ਮਹਾਰਾਜ ਜੀ। ਬਖਸ਼ਿਸ਼ ਕਰਦਿਆਂ ਹੋਇਆਂ ਕਹਿਣ ਲੱਗੇ, ਕਿੱਥੇ ਉਹ ਰਾਜਿਆਂ ਦਾ ਹਾਥੀ ਤੇ ਕਿੱਥੇ ਸਾਡਾ ਹਾਥੀ, ਇਹ ਉਹਦੇ ਨਾਲੋਂ ਤਗੜਾ ਹੈ। ਐਸਾ ਬਚਨ ਆਖਿਆ ਹੈ। ਗੁਰ ਘਰ ਦੁਨੀ ਚੰਦ ਵੱਡ ਹਾਥੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਡੇ ਘਰ ਦਾ ਤੇ ਦੁਨੀ ਚੰਦ ਦਾ ਹਾਥੀ ਹੈ ਭਾਈ, ਇਹਨੂੰ ਅਸੀਂ ਹਾਥੀ ਦਾ ਖਿਤਾਬ ਦਿੰਦੇ ਹਾਂ, ਇਹ ਸਾਡੇ ਘਰ ਦਾ ਹਾਥੀ ਹੈ। ਇਸ ਹੈ ਲੜਾਵਾਂਗੇ ਤਿਸ ਸਾਥੀ। ਮਹਾਰਾਜ ਕਹਿੰਦੇ, ਫਿਕਰ ਨਾ ਕਰੋ, ਇੱਕ ਘੋੜਾ ਸੋਹਣਾ ਜਿਹਾ ਤਿਆਰ ਕਰੋ, ਕੱਲ ਨੂੰ ਇਹਨੂੰ ਬਿਠਾਵਾਂਗੇ ਘੋੜੇ ਦੇ ਉੱਪਰ, ਇਹਨੂੰ ਕਰਾਂਗੇ ਹਾਥੀ ਦੇ ਸਾਹਮਣੇ। ਇਹ ਸਾਡਾ ਜਿਹੜਾ ਮਸੰਦ ਹੈ ਦੁਨੀ ਚੰਦ, ਇਹ ਜਾ ਕੇ ਹਾਥੀ ਨਾਲ ਲੜੇਗਾ, ਕੱਲ ਨੂੰ ਇਹਦਾ ਜੰਗ ਆਪਾਂ ਕਰਵਾ ਦੇਣਾ ਹੈ। ਮਹਾ ਮਸਤ ਇਹ ਗੁਰਬਲ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਡਾ ਹਾਥੀ ਬੜਾ ਮਸਤ ਹੈ, ਔਰ ਗੁਰੂ ਨਾਨਕ ਦੇਵ ਪਾਤਸ਼ਾਹ ਇਹਦੇ ਉੱਪਰ ਬੜੀ ਬਖਸ਼ਿਸ਼ ਕਰਨਗੇ, ਬੜੀ ਕਿਰਪਾ ਕਰਨਗੇ। ਅਰਬੇ ਦੇਹ ਨ ਲਿਹ ਤਕਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁਸ਼ਮਣ ਦਾ ਹਾਥੀ ਇਹਦੇ ਅੱਗੇ ਅੜ ਨਹੀਂ ਸਕੇਗਾ, ਅਸੀਂ ਇਹਨੂੰ ਐਸਾ ਬਲ ਬਖਸ਼ਾਂਗੇ, ਦੁਸ਼ਮਣ ਦੇ ਹਾਥੀ ਨੂੰ ਇਹ ਪਿੱਛੇ ਧੱਕ ਕੇ ਸੁੱਟ ਦੇਵੇਗਾ। ਇਹ ਬਚਨ ਬਖਸ਼ਿਸ਼ ਵਾਲੇ ਮਹਾਰਾਜ ਦੁਨੀ ਚੰਦ ਦੇ ਪ੍ਰਤੀ। ਸਤਿਗੁਰੂ ਕਹਿ ਰਹੇ, ਸਾਡਾ ਹਾਥੀ ਬਲ ਵਾਲਾ ਤਕੜਾ ਹੈ, ਕਿੱਥੇ ਦੁਨੀ ਚੰਦ ਦਾ ਹਾਥੀ, ਇਹ ਦੁਨੀ ਚੰਦ ਦਾ ਹਾਥੀ ਹੈ ਤੇ ਕਿਸੇ ਕੇਸਰੀ ਚੰਦ ਦਾ ਹਾਥੀ ਇਹਦੇ ਸਾਹਮਣੇ ਟਿਕ ਨਹੀਂ ਪਾਵੇਗਾ, ਕੱਲ ਨੂੰ ਇਹਨੂੰ ਜੰਗ ਦੇ ਵਿੱਚ ਅੱਗੇ ਕਰਾਂਗੇ। ਹੁਣ ਬਖਸ਼ਿਸ਼ ਵਾਲੇ ਬਚਨ ਤੇ ਮਹਾਰਾਜ ਨੇ ਕੀਤੇ, ਪਰ ਗੁਰਮੁਖੋ ਖੜਿਆ ਨਹੀਂ ਨਾ ਜਾਣਾ। ਇਹ ਦੁਨੀ ਚੰਦ ਕਿਵੇਂ ਰਾਤੋਂ ਰਾਤ ਭੱਜੇਗਾ, ਕੰਧਾਂ ਟੱਪ ਟੱਪ ਕੇ ਕਿਵੇਂ ਦੌੜਦਾ ਹੈ, ਔਰ ਮਹਾਰਾਜ ਜੀ ਭਾਈ ਬਚਿੱਤਰ ਸਿੰਘ ਨੂੰ ਕਿਵੇਂ ਤਿਆਰ ਕਰਨਗੇ ਹਾਥੀ ਦਾ ਮੁਕਾਬਲਾ ਕਰਾਉਣ ਵਾਸਤੇ, ਉਹ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਦਿਹਾੜਾ, ਜੋ ਮਹਾਰਾਜ ਜੀਆਂ ਦੇ ਵਿਆਹ ਕਾਰਜ, ਆਨੰਦ ਕਾਰਜ ਹੋਏ। ਮਾਤਾ ਜੀ ਦਾ ਨਾਮ ਮਾਤਾ ਸੁਲੱਖਣੀ ਜੀ ਹੈ, ਤੇ ਸਤਿਗੁਰਾਂ ਦੇ ਸਹੁਰਾ ਸਾਹਿਬ ਦਾ ਨਾਮ ਹੈ ਭਾਈ ਮੂਲ ਚੰਦ ਜੀ, ਜੋ ਸਤਿਗੁਰਾਂ ਦੇ ਸਹੁਰਾ ਸਾਹਿਬ ਲੱਗਦੇ। ਔਰ ਬੀਬੀ ਸੁਲੱਖਣੀ ਦੇ ਜੋ ਮਾਤਾ ਜੀ ਹਨ, ਉਹਨਾਂ ਦਾ ਨਾਮ ਹੈ ਚੰਦੋ ਰਾਣੀ। ਚੰਦੋ ਰਾਣੀ ਤੇ ਮੂਲ ਚੰਦ ਮਹਾਰਾਜ ਜੀਆਂ ਦੇ ਸੱਸ ਸਹੁਰਾ ਲੱਗਦੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ ਤੇ ਰਹਿੰਦੇ, ਆਪਣੇ ਜੀਜਾ ਜੀ ਭਾਈ ਜੈ ਰਾਮ ਜੀਆਂ ਦੇ ਕੋਲ। ਤੇ ਗੁਰਮੁਖੋ ਇੱਥੇ ਨਵਾਬ ਰਹਿੰਦਾ ਹੈ ਦੌਲਤ ਖਾਨ, ਉਹਦੇ ਕੋਲ ਕੰਮ ਕਰਦੇ। ਦੌਲਤ ਖਾਨ ਦੀ ਜਿਹੜੀ ਜਾਣ ਪਛਾਣ ਹੈ ਉਹ ਬਟਾਲੇ ਦੇ ਵਿੱਚ ਹੈ। ਦੌਲਤ ਖਾਨ ਨੇ ਵਿੱਚ ਪੈ ਕੇ ਮਹਾਰਾਜ ਦਾ ਰਿਸ਼ਤਾ ਬਟਾਲੇ ਕਰਵਾ ਦਿੱਤਾ, ਮੂਲ ਚੰਦ ਖੱਤਰੀ ਦੀ ਪੁੱਤਰੀ ਦੇ ਨਾਲ, ਬੀਬੀ ਸੁਲੱਖਣੀ ਜੀਆਂ ਦੇ ਨਾਲ। ਅਤੇ ਬਰਾਤ ਜਿਹੜੀ ਹੈ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਅਤੇ ਉਸ ਵੇਲੇ ਪਹੁੰਚੀ ਹੈ ਬਟਾਲੇ ਦੀ ਧਰਤੀ 'ਤੇ। ਇੱਕ ਕੱਚੀ ਵੱਡੀ ਕੰਧ ਹੈ, ਉੱਥੇ ਬਰਾਤ ਨੂੰ ਟਿਕਾਉਣ ਤੋਂ ਮਗਰੋਂ ਜਾਣ ਬੁੱਝ ਕੇ ਸਤਿਗੁਰਾਂ ਨੂੰ ਉਸ ਕੰਧ ਦੇ ਕੋਲ ਬਿਠਾ ਦਿੱਤਾ ਗਿਆ। ਸਤਿਗੁਰੂ ਬੈਠੇ ਹੋਏ, ਕੁਝ ਨਾਲ ਸੇਵਕ ਬੈਠੇ ਹੋਏ। ਇੰਨੇ ਚਿਰ ਨੂੰ ਇੱਕ ਬਜ਼ੁਰਗ ਮਾਤਾ ਆ ਕੇ ਕਹਿਣ ਲੱਗੀ, ਸਤਿਗੁਰੂ ਜੀ ਇਹ ਕੰਧ ਬੜੀ ਪੁਰਾਣੀ ਹੈ, ਡਿੱਗਣ ਵਾਲੀ ਹੈ, ਤੁਹਾਡੇ ਉੱਪਰ ਇਸ ਨੇ ਡਿੱਗ ਪੈਣਾ, ਆਪ ਜੀ ਇੱਥੋਂ ਉੱਠ ਕੇ ਪਰੇ ਚਲੇ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਸੁਭਾਵਕ ਹੀ ਕਹਿਣ ਲੱਗੇ, ਮਾਤਾ ਇਹ ਕੰਧ ਨਹੀਂ ਡਿੱਗੇਗੀ, ਇਹ ਇੱਥੇ ਹੀ ਰਹੇਗੀ ਔਰ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ, ਡਿੱਗੇਗੀ ਨਹੀਂ। ਗੁਰਮੁਖੋ ਅੱਜ ਵੀ ਉਹ ਗੁਰੂ ਘਰ ਗੁਰਦੁਆਰਾ ਕੰਧ ਸਾਹਿਬ ਜਿੱਥੇ ਮਹਾਰਾਜ ਬੈਠੇ ਸਨ, ਉਹ ਕੰਧ ਅੱਜ ਵੀ ਉਸ ਗੁਰੂ ਘਰ ਦੇ ਵਿੱਚ ਸੁਭਾਏਮਾਨ ਹੈ। ਸੰਗਤਾਂ ਉਸ ਦੇ ਦਰਸ਼ਨ ਅੱਜ ਵੀ ਕਰਕੇ ਲਾਹੇ ਪ੍ਰਾਪਤ ਕਰਦੀਆਂ। ਐਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ
ਜਿਹੜੇ ਸਨ ਉਹਨਾਂ ਦੇ ਇਸ ਤਰ੍ਹਾਂ ਜਿਹੜੇ ਆਨੰਦ ਕਾਰਜ ਨੇ ਮਾਤਾ ਸਾਹਿਬ ਮਾਤਾ ਸੁਲੱਖਣੀ ਜੀਆਂ ਦੇ ਨਾਲ, ਜੋ ਮੂਲ ਚੰਦ ਜੀ ਦੀ ਸਪੁੱਤਰੀ ਹੈ, ਔਰ ਇਸੇ ਤਰ੍ਹਾਂ ਚੰਦੋ ਰਾਣੀ ਜੀਆਂ ਦੀ ਵੀ ਸਪੁੱਤਰੀ ਹੈ, ਉਹਨਾਂ ਦੇ ਨਾਲ ਸਤਿਗੁਰਾਂ ਦੇ ਆਨੰਦ ਕਾਰਜ ਹੋਏ। ਮਹਾਰਾਜ ਨੇ ਬੇਅੰਤ ਰਹਿਮਤਾਂ ਕੀਤੀਆਂ। ਇਹ ਸਤਿਗੁਰੂ ਜੀਆਂ ਦਾ ਅੱਜ ਇਤਿਹਾਸਕ ਦਿਹਾੜਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ 9 ਵਜੇ ਆਪਣੇ ਗੁਰਦੁਆਰਾ ਸਾਹਿਬ ਕੈਂਪ ਲੱਗ ਰਿਹਾ ਹੈ। ਗੋਡਿਆਂ ਦੇ ਜੋੜਾਂ ਦੇ ਦਰਦ, ਮੋਢੇ ਦਾ ਦਰਦ, ਕਮਰ ਦਾ ਦਰਦ, ਸਰਵਾਈਕਲ ਜੋ ਵੀ ਹੈ, ਸਾਰੇ ਦਰਦਾਂ ਦਾ ਇਹ ਕੈਂਪ ਕੱਲ੍ਹ ਨੂੰ 9 ਵਜੇ ਲੱਗੇਗਾ ਅਤੇ ਪ੍ਰਤੀ ਵਿਅਕਤੀ 100 ਰੁਪਈਆ ਇਸ ਦੀ ਜਿਹੜੀ ਹੈ ਫੀਸ ਲੱਗੇਗੀ। ਜਿਨ੍ਹਾਂ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੈ 100 ਰੁਪਈਆ ਫੀਸ ਜਮ੍ਹਾਂ ਹੋਵੇਗੀ ਔਰ ਆਪ ਸੰਗਤਾਂ ਕੈਂਪ ਦੇ ਵਿੱਚ ਹਾਜ਼ਰੀ ਭਰ ਸਕਦੇ ਹੋ। ਕੱਲ੍ਹ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਇਹ ਕੈਂਪ ਲੱਗ ਰਿਹਾ ਹੈ। ਨਾਲ ਬੇਨਤੀ ਹੈ ਕਿ ਕੱਲ੍ਹ ਨੂੰ 9:30 ਵਜੇ ਗੁਰੂ ਕੀ ਗੋਲਕ ਦੀ ਗਿਣਤੀ ਹੋਣੀ ਹੈ। ਜਿਹੜੀਆਂ ਸੰਗਤਾਂ ਗਿਣਤੀ ਕਰਵਾ ਸਕਦੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਕੱਲ੍ਹ ਨੂੰ 9:30 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਕੀ ਵੱਡਾ ਸਤਿਗੁਰ ਨਾਨਕ, ਜਿਨ ਕਰ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾ। ਹਰ ਹਰ ਚਰਨ